ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵਠਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਚੇਤ ਨ ਹੈ ਤਉ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਛਿਨ ਛਿਨ ਆਉਦ ਬਿਹਾਤ ਹੈ, ਫੂਟੈ ਘਟ ਜਿਉ ਪਾਣੀ। ਹਰ ਗੁਣ ਕਾਹੇ ਨ ਗਾਵਹੀ, ਮੂਰਖ ਅਗਿਆਨਾ। ਝੂਠੈ ਲਾਲਚ ਲਾਗ ਕੈ, ਨਹਿ ਮਰਨ ਪਛਾਨਾ। ਅਜ ਹੂ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ। ਕਹੋ ਨਾਨਕ ਤੇ ਭਜਨ ਤੇ, ਨਿਰਭੈ ਪਦ ਪਾਵੈ। ਅਜ ਹੂ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ। ਕਹੋ ਨਾਨਕ ਤੇ ਭਜਨ ਤੇ, ਨਿਰਭੈ ਪਦ ਪਾਵੈ। ਪਰ ਸਨਮਾਨ ਜੋਗ ਹਾਜ਼ਰਾ ਹਜੂਰ, ਜਾਹਰਾ ਜਹੂਰ। ਜ਼ਬਰ ਸ਼ਤਰ ਔਰ ਤਖਤ ਦੇ ਮਾਲਿਕ, ਸਮੁੱਚੀ ਕਾਇਨਾਤ ਦੇ ਰਹਿਬਰ, ਵਾਲੀ ਕੁਲ ਆਲਮ,
ਗੁਰਤਾ ਗੱਦੀ ਤੇ ਸੁਭਾਏ ਮਾਲ। ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਦੁਆਰਾ ਭਾਈ ਬਾਲਾ ਜੀ ਦੇ ਪਾਵਨ ਅਸਥਾਨਾਂ ਤੇ ਭਾਈ ਭੋਲਾ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਤ ਸੰਗਤ ਰੂਪ ਹੋ ਕਰਕੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਭਾਈ ਭੋਲਾ ਸਿੰਘ ਜੀ ਦੀ ਅੰਤਮ ਅਰਦਾਸ ਤੇ ਪਹੁੰਚੇ ਹਾਂ ਤੇ ਜ਼ਰੂਰ ਗੁਰੂ ਦੇ ਕੋਲੋਂ ਕੁਝ ਨਾ ਕੁਝ ਸਿੱਖ ਕੇ ਜਾਣਾ ਹੈ। ਇਕਾਗਰਤਾ ਬਣਾ ਕਰਕੇ ਗੁਰਮਤਿ ਵਿਚਾਰਾਂ ਦੀ ਸਾਂਝ ਨੂੰ ਸਰਵਣ ਕਰਨਾ ਹੈ। ਸੋ ਸਭ ਤੋਂ ਪਹਿਲਾਂ ਆਪਸ ਦੇ ਵਿੱਚ ਪਾਈਏ ਭੈਣ ਭਰਾਵਾਂ ਵਾਲੀ ਗੁਰਫਤਿਹ ਦੀ ਸਾਂਝ। ਕੋਈ ਰਸਨਾ ਵਾਂਝੀ ਨਾ ਰਵੇ, ਇੱਕੋ ਵਾਰ ਕਹਿਣ ਤੇ ਗੱਜ ਕੇ ਬੁਲਾਇਓ ਫਤਿਹ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਐ। ਜਨਮੰ ਤਾਂ ਮਰਨੰ। ਮਹਾਰਾਜ ਕਹਿੰਦੇ ਜਿਹੜਾ ਦੁਨੀਆ ਤੇ ਆਇਆ ਹੈ ਉਹਨੇ ਜਾਣਾ ਹੈ। ਜਿਹਨੇ ਜਨਮ ਲਿਆ ਹੈ ਉਹਦੇ ਤੇ ਮੌਤ ਵੀ ਆਉਣੀ ਹੈ। ਭਾਵੇਂ ਅੱਜ ਅਸੀਂ ਬਾਪੂ ਭੋਲਾ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਹਾਂ, ਇਹ ਜਿਹੜਾ ਦਿਨ ਬਾਪੂ ਭੋਲਾ ਸਿੰਘ ਜੀ ਤੇ ਆਇਆ ਹੈ ਇਹ ਦਿਨ ਸਾਡੇ ਤੇ ਵੀ ਆਉਣਾ ਹੈ। ਇਸ ਕਰਕੇ ਮੌਤ ਨੂੰ ਚੇਤੇ ਰੱਖਣਾ ਚਾਹੀਦਾ ਹੈ। ਨਹੀਂ, ਵੱਡੇ ਵੱਡੇ ਬਹੁਤ ਸਾਰੇ ਰਿਸ਼ੀ ਮੁਨੀ ਲੋਕ ਜਿਹੜੇ ਨੇ ਉਹ ਲੋਕਾਂ ਨਾਲ ਇਹ ਪ੍ਰੋਮਿਸ ਕਰਦੇ ਸਨ ਕਿ ਅਸੀਂ ਮਰਨਾ ਨਹੀਂ ਹੈ। ਬਹੁਤ ਸਾਰੇ ਰਾਜਿਆਂ ਦਾ ਵੀ ਇਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਮਰਨਾ ਨਹੀਂ ਹੈ। ਪਰ ਜਿਹੜੀ ਮੌਤ ਹੈ ਇਹ ਇੱਕ ਅਟੱਲ ਸੱਚਾਈ ਹੈ। ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ। ਇੱਕ ਇਲਾਕੇ ਦੇ ਵਿੱਚ ਹਮਜਾ ਗਾਉਂ ਪੀਰ ਰਹਿੰਦਾ ਹੈ। ਉਹ ਹਮਜਾ ਗਾਉਂ ਪੀਰ ਇੱਕ ਗੱਦੀ ਲਾ ਕੇ ਬੈਠਦਾ ਹੈ, ਜਿਨ੍ਹਾਂ ਨੂੰ ਆਪਾਂ ਆਮ ਕਹਿ ਦਿੰਦੇ ਹਾਂ ਇਹ ਸਿਆਣੇ ਨੇ। ਬਹੁਤ ਸਾਰੇ ਲੋਕ ਹਮਜਾ ਗਾਉਂ ਪੀਰ ਤੇ ਵਿਸ਼ਵਾਸ ਰੱਖਦੇ ਨੇ। ਹਮਜਾ ਗਾਉਂ ਪੀਰ ਦੇ ਕੋਲ ਜਾਂਦੇ ਨੇ ਆਪਣੇ ਦੁੱਖਾਂ ਤਕਲੀਫਾਂ ਦੇ ਇਲਾਜ ਵਾਸਤੇ। ਇੱਕ ਵਾਰ ਹਮਜਾ ਗਾਉਂ ਪੀਰ ਗੱਦੀ ਲਾ ਕੇ ਬੈਠ ਗਿਆ। ਜਿਹੜਾ ਉਹਦੇ ਕੋਲ ਜਾਵੇ ਉਹਨੂੰ ਉਹ ਕਹਿ ਦਿਆ ਕਰੇ ਕਿ ਮੈਂ ਭਾਰੀ ਤਪੱਸਿਆ ਕਰਨ ਲੱਗਿਆ ਹੋਇਆ। ਇਸ ਨਗਰ ਦੇ ਇਸ ਇਲਾਕੇ ਦੇ ਵਿੱਚ ਮੈਂ ਇੰਨੀ ਕੁ ਤਪੱਸਿਆ ਕਰਨੀ ਹੈ ਕਿ ਇਸ ਨਗਰ ਦੇ ਵਿੱਚ ਕਿਸੇ ਦੀ ਮੌਤ ਨਹੀਂ ਹੋਏਗੀ, ਕੋਈ ਮਰੇਗਾ ਨਹੀਂ। ਇਸ ਨਗਰ ਦੇ ਵਿੱਚ ਮੌਤ ਆਏਗੀ ਨਹੀਂ, ਬਾਰ-ਬਾਰ ਮੌਤ ਰਹੇਗੀ। ਇਸ ਨਗਰ ਦੀ ਜੂਹ ਜਿੱਥੋਂ ਤੱਕ ਹੈ, ਜਿੱਥੋਂ ਤੱਕ ਹੱਦ ਹੈ,
ਉਥੋਂ ਤੱਕ ਮੌਤ ਨਹੀਂ ਆਏਗੀ। ਲੋਕ ਵਿਚਾਰੇ ਭੋਲੇ ਭਾਲੇ ਹਮਜਾ ਗੌਸ ਪੀਰ ਦੇ ਕੋਲ ਜਾਂਦੇ ਨੇ, ਉਹਦੇ ਤੇ ਵਿਸ਼ਵਾਸ ਕਰਨ ਲੱਗ ਗਏ ਕਿ ਪੀਰ ਨੇ ਤਪੱਸਿਆ ਕੀਤੀ ਹੈ, ਸਾਡੇ ਨਗਰ 'ਚ ਕਿਸੇ ਦੀ ਮੌਤ ਨਹੀਂ ਹੋਏਗੀ। ਪਰ ਪਾਤਸ਼ਾਹ ਕਹਿੰਦੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਮਹਾਰਾਜ ਕਹਿੰਦੇ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੀ, ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਏ। ਜਾਣਾ ਪੈਣਾ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ ਵਾਰੀ, ਆਪੋ ਆਪਣੀ ਕੋਈ ਨਾ ਬੰਧੈ ਧੀਰ। ਮਹਾਰਾਜ ਕਹਿੰਦੇ ਕਿਸੇ ਨੇ ਰਹਿਣਾ ਨਹੀਂ, ਪਰ ਹਮਜਾ ਗੌਸ ਪੀਰ ਕਹਿੰਦਾ ਮੇਰੇ ਇਲਾਕੇ 'ਚ ਕਿਸੇ ਨੇ ਮਰਨਾ ਹੀ ਨਹੀਂ, ਇੱਥੇ ਮੌਤ ਹੀ ਨਹੀਂ ਹੋਣੀ। ਦੁਨੀਆ ਦੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜਿਹੜੇ ਘਟ ਘਟ ਦੀ ਜਾਣਨ ਵਾਲੇ ਨੇ, ਹਰ ਇੱਕ ਦੇ ਦਿਲ ਦੀ ਜਾਣਦੇ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਪਤਾ ਲੱਗਿਆ ਕਿ ਇਸ ਨਗਰ ਦੇ ਵਿੱਚ ਇੱਕ ਪੀਰ ਰਹਿੰਦਾ ਹੈ। ਉਸ ਪੀਰ ਨੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਪਿੱਛੇ ਲਾਇਆ ਹੋਇਆ, ਤੇ ਉਹ ਪੀਰ ਕਹਿੰਦਾ ਇਸ ਨਗਰ ਦੇ ਵਿੱਚ ਕਿਸੇ ਤੇ ਮੌਤ ਨਹੀਂ ਆਏਗੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਾਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੁਨੀਆ ਨੂੰ ਤਾਰਨ ਤੁਰੇ ਹੋਏ ਨੇ, ਸੱਚ ਦਾ ਉਪਦੇਸ਼ ਦਿੰਦੇ ਨੇ, ਭੋਲੇ ਭਾਲੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢ ਕੇ ਸੱਚ ਦੇ ਰਾਹ ਤੇ ਤੋਰਨ ਲੱਗੇ ਨੇ। ਤੇ ਮਹਾਰਾਜ ਨੂੰ ਜਦੋਂ ਪਤਾ ਲੱਗਿਆ ਕਿ ਹਮਜਾ ਗੌਸ ਪੀਰ ਨੇ ਭੋਲੇ ਲੋਕਾਂ ਨੂੰ ਪਿੱਛੇ ਲਾ ਲਿਆ, ਲੋਕ ਉਹਦੀ ਗੱਲ ਮੰਨਦੇ ਨੇ, ਉਹਦੇ ਕੋਲ ਲੋਕਾਂ ਦੀ ਭੀੜ ਲੱਗੀ ਰਹਿੰਦੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇ ਉਹਨਾਂ ਦਾ ਅਨੰਨ ਸੇਵਕ ਭਾਈ ਮਰਦਾਨਾ ਜੀ ਹਮਜਾ ਗੌਸ ਪੀਰ ਦੇ ਕੋਲ ਚਲੇ ਗਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪੀਰ ਜੀ ਤਪੱਸਿਆ ਕਰਦੇ ਹੋ? ਉਹ ਪੀਰ ਕਹਿੰਦਾ ਹਾਂ ਤਪੱਸਿਆ ਕਰਦੇ ਆ, ਇੰਨੀ ਭਾਰੀ ਤਪੱਸਿਆ ਕੀਤੀ ਹੈ ਕਿ ਇਸ ਨਗਰ ਦੇ ਵਿੱਚ ਕਿਸੇ ਤੇ ਮੌਤ ਨਹੀਂ ਆਏਗੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪੀਰ ਜੀ ਤੁਸੀਂ ਝੂਠ ਬੋਲਦੇ ਹੋ, ਸੱਚ ਨਹੀਂ ਬੋਲਦੇ। ਉਹ ਪੀਰ ਕਹਿਣ ਲੱਗਿਆ ਜੀ ਫਿਰ ਸੱਚ ਕੀ ਹੈ? ਮਹਾਰਾਜ ਕਹਿੰਦੇ ਕੋਈ ਨਾ ਕੋਈ ਹੋਏਗਾ ਤੇਰੇ ਨਗਰ ਦੇ ਵਿੱਚ ਜਿਸ ਬੰਦੇ ਨੂੰ ਸੱਚ ਦਾ ਪਤਾ ਹੋਵੇਗਾ। ਕਹਿਣ ਲੱਗਿਆ ਮੈਨੂੰ ਨਹੀਂ ਪਤਾ। ਮਹਾਰਾਜ ਕਹਿੰਦੇ ਪੀਰ ਜੀ ਤੁਹਾਨੂੰ ਸੱਚ ਨਹੀਂ ਪਤਾ, ਸੱਚ ਕੀ ਹੈ? ਜੇ ਤੁਹਾਨੂੰ ਸੱਚ ਪਤਾ ਹੁੰਦਾ ਤੇ ਤੁਸੀਂ ਇਹ ਭੋਲੇ ਭਾਲੇ ਲੋਕਾਂ ਨੂੰ ਨਹੀਂ ਕਹਿਣਾ ਸੀ ਕਿ ਇਸ ਨਗਰ ਦੇ ਵਿੱਚ ਕਿਸੇ ਤੇ ਮੌਤ ਨਹੀਂ ਆਏਗੀ। ਇਸ ਦੁਨੀਆ ਤੇ ਵੱਡੇ ਵੱਡੇ ਔਲੀਏ ਆਏ, ਪੀਰ ਆਏ, ਫਕੀਰ ਆਏ, ਅਵਤਾਰ ਲੋਕ ਆਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਰੱਬ ਦਾ ਜਿਹੜਾ ਨਿਯਮ ਹੈ ਨਾ, ਉਸ ਰੱਬ ਦੇ ਨਿਯਮ ਨੂੰ ਸਮਝਦੇ ਹੋਏ ਵੱਡੇ ਵੱਡੇ ਔਲੀਏ, ਪੀਰ, ਫਕੀਰ, ਅਵਤਾਰ ਸਾਰੇ ਇਸ ਧਰਤੀ ਤੋਂ ਗਏ ਨੇ, ਕੋਈ ਨਹੀਂ ਰਿਹਾ। ਇਹ ਤੂੰ ਲੋਕਾਂ ਨਾਲ ਵਾਅਦਾ ਕਿਵੇਂ ਕਰ ਰਿਹਾ? ਕੋਈ ਨਾ ਕੋਈ ਤੇਰੇ ਨਗਰ ਵਿੱਚ ਹੋਏਗਾ ਜਿਹਨੂੰ ਸੱਚ ਦਾ ਪਤਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆ ਜਾ ਇਸ ਨਗਰ ਦੇ ਵਿੱਚ ਆ ਮਾਇਆ ਲੈ ਜਾ। 1 ਟਕਾ ਦੇ ਦਿੱਤਾ। ਮਹਾਰਾਜ ਕਹਿੰਦੇ ਇਸ ਮਾਇਆ ਦੇ ਨਾਲ ਤੂੰ ਸੱਚ ਖਰੀਦ ਕੇ ਲਿਆਉਣਾ। 1 ਟਕਾ ਹੋਰ ਦੇ ਦਿੱਤਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਮਰਦਾਨਿਆ ਇਹਦੇ ਨਾਲ ਤੂੰ ਝੂਠ ਖਰੀਦ ਕੇ ਲਿਆਉਣਾ। 1 ਟਕੇ ਦਾ ਸੱਚ ਔਰ 1 ਟਕੇ ਦਾ ਝੂਠ ਖਰੀਦ ਕੇ ਲੈ ਕੇ ਆਉਣਾ ਹੈ। ਹੁਣ ਪੀਰ ਕਹਿਣ ਲੱਗਿਆ ਜੀ ਸੱਚ ਤੇ ਝੂਠ ਖਰੀਦਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਮਰਦਾਨਾ ਖਰੀਦ ਲਿਆਏਗਾ।
ਮਰਦਾਨਾ ਤੁਰ ਪਿਆ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹਮਜਾ ਗੌਸ ਪੀਰ ਦੇ ਕੋਲ ਬੈਠੇ ਨੇ। ਮਰਦਾਨਾ ਨਗਰ ਦੇ ਵਿੱਚ ਇੱਕ ਦੁਕਾਨ ਤੇ ਜਾ ਕੇ ਕਹਿੰਦਾ ਜੀ 1 ਟਕੇ ਦਾ ਝੂਠ ਤੇ 1 ਟਕੇ ਦਾ ਸੱਚ ਮੈਨੂੰ ਦੇ ਦਿਓ। ਦੁਕਾਨਦਾਰ ਕਹਿੰਦਾ ਸੱਚ ਤੇ ਝੂਠ ਇਹ ਦੁਕਾਨਾਂ ਤੋਂ ਥੋੜ੍ਹੀ ਮਿਲਦਾ ਹੈ, ਇਹ ਕੀ ਹੁੰਦਾ ਸੱਚ ਤੇ ਝੂਠ। ਚਲੋ ਸੋਚੀਏ ਕੋਈ ਫਕੀਰ ਹੋਣਾ ਵੈਸੀ ਆਪਣੀ ਮੌਜ ਵਿੱਚ ਬੋਲਦਾ ਹੋਣਾ। ਦੁਕਾਨ ਵਾਲੇ ਨੇ ਭਾਈ ਮਰਦਾਨੇ ਨੂੰ ਟਾਲ ਦਿੱਤਾ। ਭਾਈ ਮਰਦਾਨਾ ਜੀ ਵਿਸ਼ਵਾਸ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਤੇ ਐਵੇਂ ਨਹੀਂ ਟਕੇ ਲੈ ਕੇ ਤੁਰਿਆ। ਭਾਈ ਮਰਦਾਨਾ ਜੀ ਹੋਰ ਦੁਕਾਨ ਤੇ ਚਲੇ ਗਏ। ਉਹ ਦੁਕਾਨ ਵਾਲਾ ਕਹਿਣ ਲੱਗਿਆ ਇਹ ਸੱਚ ਤੇ ਝੂਠ ਇਹ ਤਾਂ ਧਰਮ ਦੀਆਂ ਗੱਲਾਂ ਨੇ, ਇਹ ਤੈਨੂੰ ਕਿਸੇ ਦੁਕਾਨ ਤੋਂ ਨਹੀਂ ਮਿਲਣੀਆਂ, ਇਹ ਧਰਮ ਦੀਆਂ ਗੱਲਾਂ। ਤੈਨੂੰ ਕਿਸੇ ਮੰਦਿਰ ਵਿੱਚੋਂ ਸੱਚ ਝੂਠ ਮਿਲੇਗਾ, ਤੈਨੂੰ ਕਿਸੇ ਧਰਮਸ਼ਾਲਾ ਦੇ ਵਿੱਚ ਸੱਚ ਝੂਠ ਮਿਲ ਜਾਏਗਾ। ਤੂੰ ਕੋਈ ਧਰਮਸ਼ਾਲਾ ਢੂੰਡ, ਕਿਸੇ ਮੰਦਿਰ ਵਿੱਚ ਜਾ ਕੇ ਸੱਚ ਝੂਠ ਦੀ ਮੰਗ ਕਰ, ਪਰ ਤੈਨੂੰ ਦੁਕਾਨਾਂ ਤੋਂ ਇਹ ਸੱਚ ਝੂਠ ਨਹੀਂ ਮਿਲੇਗਾ। ਭਾਈ ਮਰਦਾਨਾ ਜੀ ਇਹਦਾ ਨਗਰ ਦੇ ਵਿੱਚ ਕਈ ਦੁਕਾਨਾਂ ਤੇ ਘੁੰਮਦਾ ਗਿਆ। ਇੱਕ ਦੁਕਾਨ ਤੇ ਫਿਰ ਚਲਿਆ ਗਿਆ। ਉਸ ਦੁਕਾਨ ਵਾਲੇ ਨੂੰ ਜਾ ਕੇ ਕਹਿਣ ਲੱਗਿਆ, ਕਹਿੰਦਾ ਜੀ ਆਹ 1 ਟਕਾ ਲਓ ਇਹਦਾ ਝੂਠ ਦੇ ਦਿਓ, ਆ ਦੂਜਾ ਟਕਾ ਇਹਦਾ ਸੱਚ ਦੇ ਦਿਓ। ਅੱਗੇ ਦੁਕਾਨਾਂ ਵਾਲੇ ਕਹਿੰਦੇ ਸੀ ਕਿ ਇਹ ਕੋਈ ਵੈਸੀ ਫਕੀਰ ਲੋਕ ਨੇ, ਤੁਰੇ ਫਿਰਦੇ ਨੇ। ਤੇ ਮਰਦਾਨਾ ਕਹਿੰਦਾ ਹੁੰਦਾ ਸੀ ਮੇਰੇ ਗੁਰੂ ਨੇ ਭੇਜਿਆ, ਤੇ ਲੋਕ ਕਹਿੰਦੇ ਸੀ ਜਿਹੋ ਜਿਹਾ ਇਹ ਹੈ ਇਹੋ ਜਿਹਾ ਇਹਦਾ ਗੁਰੂ ਹੋਣਾ ਹੈ। ਇਹਨਾਂ ਨੂੰ ਪਤਾ ਹੀ ਨਹੀਂ ਸੱਚ ਝੂਠ ਦੁਕਾਨਾਂ ਤੋਂ ਨਹੀਂ ਮਿਲਦਾ। ਪਰ ਇਸ ਦੁਕਾਨ ਵਾਲੇ ਨੇ ਮਰਦਾਨੇ ਨੂੰ 2 ਮਿੰਟ ਰੋਕ ਕੇ ਮਰਦਾਨੇ ਵੱਲ ਤੱਕਿਆ। ਉਹ ਦੁਕਾਨ ਵਾਲਾ ਕਹਿੰਦਾ ਤੂੰ ਹੈ ਕੌਣ ਹੈ ਜਿਹੜਾ ਸੱਚ ਤੇ ਝੂਠ ਖਰੀਦਣ ਆਇਆ ਹੈ? ਭਾਈ ਮਰਦਾਨਾ ਜੀ ਕਹਿਣ ਲੱਗੇ ਮੇਰਾ ਨਾਮ ਮਰਦਾਨਾ ਹੈ, ਮੈਂ ਨਾਨਕ ਤਪੇ ਦਾ ਮੁਰੀਦ ਹਾਂ, ਸੇਵਕ ਹਾਂ ਮੈਂ ਨਾਨਕ ਤਪੇ ਦਾ। ਉਹ ਦੁਕਾਨ ਵਾਲਾ ਕਹਿੰਦਾ ਤੈਨੂੰ ਕਿਹਨੇ ਭੇਜਿਆ ਇਹ ਸੱਚ ਤੇ ਝੂਠ ਲੈਣ? ਕਹਿਣ ਲੱਗਿਆ ਜੀ ਮੇਰਾ ਗੁਰੂ ਹੈ, ਜਿਹਨੂੰ ਲੋਕ ਨਾਨਕ ਤਪਾ ਕਰਕੇ ਜਾਣਦੇ ਨੇ। ਮੇਰੇ ਗੁਰੂ ਨੇ ਮੈਨੂੰ ਸੱਚ ਤੇ ਝੂਠ ਲੈਣ ਵਾਸਤੇ ਭੇਜਿਆ। ਤੇ ਉਹ ਦੁਕਾਨ ਵਾਲਾ ਕਹਿਣ ਲੱਗਿਆ ਜੇ ਤੈਨੂੰ ਸੱਚ ਤੇ ਝੂਠ ਲੈਣ ਵਾਸਤੇ ਭੇਜਿਆ ਤੇ ਲੈ ਮੇਰੇ ਕੋਲੋਂ ਲੈ ਜਾ। ਉਹਨੇ ਇੱਕ ਕਾਗਜ਼ ਦੇ ਉੱਪਰ ਕਹਿੰਦੇ ਇੱਕ ਕੋਲੇ ਦੇ ਨਾਲ ਲਿਖ ਕੇ ਦੇ ਦਿੱਤਾ ਕਿ ਜਿਉਣਾ ਝੂਠ ਹੈ। ਉਹ ਕਾਗਜ਼ ਭਾਈ ਮਰਦਾਨੇ ਨੂੰ ਫੜਾ ਦਿੱਤਾ। ਇੱਕ ਹੋਰ ਕਾਗਜ਼ ਲਿਆ, ਉਹਦੇ ਉੱਤੇ ਲਿਖ ਦਿੱਤਾ ਮਰਨਾ ਸੱਚ ਹੈ, ਮੌਤ ਇੱਕ ਅਟੱਲ ਸੱਚਾਈ ਹੈ, ਆ ਕੇ ਰਹਿੰਦੀ ਹੈ। ਜਿਉਣਾ ਝੂਠ ਇਸ ਕਰਕੇ ਹੈ, ਅਸੀਂ ਕਹਿ ਦਈਏ ਮੈਂ ਜਿਉਂਦਾ ਹਾਂ, ਪਤਾ ਨਹੀਂ ਉਦੋਂ ਹੀ ਸਵਾਸ ਨਿਕਲ ਜਾਣ, ਉਸੇ ਵੇਲੇ ਬੰਦਾ ਮੁਰਦਾ ਹੋ ਜਾਏ, ਮਾਲਕ ਦਾ ਕੋਈ ਪਤਾ ਨਹੀਂ। ਕਹਿੰਦੀ ਇੱਕ ਕਾਗਜ਼ ਤੇ ਜਿਉਣਾ ਝੂਠ ਤੇ ਦੂਜੇ ਕਾਗਜ਼ ਤੇ ਲਿਖ ਦਿੱਤਾ ਮਰਨਾ ਸੱਚ ਹੈ। ਉਹ ਦੋਨੇ ਕਾਗਜ਼ ਲੈ ਕੇ, ਉਸ ਦੁਕਾਨ ਵਾਲੇ ਦਾ ਨਾਮ ਮੂਲਾ ਸੀ, ਉਹਨੂੰ ਮੂਲਾ ਖੱਤਰੀ ਕਰਕੇ ਲੋਕ ਜਾਣਦੇ ਸੀ। ਮੂਲੇ ਖੱਤਰੀ ਨੇ ਮਰਦਾਨੇ ਨੂੰ ਦੋਵੇਂ ਕਾਗਜ਼ ਫੜਾ ਦਿੱਤੇ ਤੇ ਮਰਦਾਨਾ ਉਹ ਦੋਵੇਂ ਹੀ ਕਾਗਜ਼ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਆਇਆ। ਤੇ ਮਹਾਰਾਜ ਨੇ ਵੇਖਿਆ ਲਿਖਿਆ ਕਿ ਮਰਨਾ ਸੱਚ ਤੇ ਜਿਉਣਾ ਝੂਠ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਮਰਦਾਨਿਆ ਬਾਹਰ ਤਾਂ ਨਹੀਂ ਗਿਆ, ਇਸੇ ਹੀ ਨਗਰ 'ਚ ਮਿਲ ਗਿਆ ਜਿਹਨੂੰ ਪਤਾ ਸੱਚ ਕੀ ਤੇ ਝੂਠ ਕੀ? ਮਹਾਰਾਜ ਹਾਂ,
बाहर नहीं गया। इसे ही नगर दे विच एक मूले की दुकान है, उन्हें मैनू ये कागज लिख के दिते ने। तो गुरु नानक पातशाह महाराज कहते सारे लोग इक्को जे नहीं हुंदे, सारे भोले नहीं हुंदे। भोले तो पीर जी तुसी पिछे ला लए, पर जिन्होंने पता वो भी तेरे नगर विच हन। इस मूले नू पता है मौत दा, मूले नू सच दा पता है। तेरे नगर विच वो लोग रहिंदे ने जिहड़े मौत नू चेते रखदे ने। मौत नू जिहड़े चेते रखदे तेरे नगर विच रहिंदे ने। तू सारियां नू नहीं जित सकिया, तू सारियां नू अपने पिछे नहीं ला सकिया। उस वेले हमजा गौस पीर ने गुरु नानक पातशाह महाराज जी के सामने हाथ जोड़ माफ़ी मंग ली। महाराज खिमा कर दिओ, गलती हो गई। गुरमुखो रब जो करदा है ठीक करदा है, पर बंदे दा सुभाव है बंदा रब नू उलामे दिंदा है। जदों बंदा दुखी हुंदा है, किते विपता पै जाए, अत दा वड्डा दुख आ जाए ना, कोई पुरानी चढ़ाई कर जाए, तो उदों फिर बंदा रब नू उलामे दिंदा है कि रब तू सारा शहर छड्ड के, सारा पिंड छड्ड के साडे ते कहर कमाया, तैनू साडा ही घर दस्सिया सी। रब नू उलामे कदे नहीं देईदे, क्योंकि जीव नू इस संसार ते भेजिया भी उसे ने, तू कित्थों लैके आया। जीव नू भेजिया भी उसे ने ते सद भी वो आपे ही लैंदा है। किसी वीर ने बड़ा सोहना लिखिया सी कि एक नगर दे विच काल पै गया। काल दा भाव हुंदा है जदों अन्न दाना पानी सब कुछ मुक जाए, खाण नूं कुछ ना होवे। एक नगर दे विच काल पिया, ना कुछ खाण नूं कोल ते ना कुछ पीण नूं कोल, किसी भी घर विच कुछ नहीं। हर एक घर विचों दाना पानी सब रस्तां मुस्तानियां हो गईयां, लंगर मुस्ताने हो गए, माया वाला खजाना मस्ताना हो गया, सब कुछ मुक गया, काम कार ना चलिया। हुण प्रजा दुखी होके ते मरन लगी। जदों कुछ खाण पीण नूं ना मिले, पहिनण नूं ना मिले, कुछ वरतण नूं ना मिले, ते फिर बंदे दे अगे मौत ही है, होर कुछ नहीं है। जदों दुख नाल प्रजा मरन लगी ते पिंड दे मोहतबार चौधरी लोग जिहड़े ने वो इकट्ठे होए। उन्हां इकट्ठे हो के एक राय करदे ने, मशवरा करदे ने आपस विच, कहंदे कोई ना कोई प्रजा नूं बचाउण दा हल लभीए, इदां तां सारा ही नगर तबाह हो जाना है। जदों कुछ खाण नूं ना मिलिया ते एक एक करके सारियां ने इस दुनिया तो चले जाना है, सारियां नूं मौत खा जाएगी, इन्हां नूं बचाउण दा कोई हल करिए। राय करदियां करदियां मन विच आया कि नाल दा जिहड़ा पिंड है ना, नाल दा नगर, उस नगर दे विच एक शाहूकार रहिंदा है। शाहूकार कहंदे जिहदे कोले बहुत सारी माया होवे, बहुता धन होवे, जो बहुता ही सोना चांदी होवे, धनाड़ बंदा। कहंदे नाल दे नगर दे विच एक शाहूकार रहिंदा है। जदों भी इलाके च किसी नूं माया की लोड़ हुंदी है, उहदे तो उधारे भाव व्याज ते माया लोग लै आउंदे ने, ते आपां उस शाहूकार दे कोल जाके बेनती कर दिंदे आ। आपां बेनती करांगे कि साडे नगर च काल पै गया, सानू माया दे दिओ। जदों साडा इस माया नाल काम कार चल पएगा पिंड दे लोकां दा, ते असीं फिर कमाई करके ते तुहाडी माया वापस मोड़ देंगे।
ਸਮੇਤ ਵਿਆਜ। ਜਦੋਂ ਸਾਰਿਆਂ ਨੇ ਮਸ਼ਵਰਾ ਪੱਕਾ ਕਰ ਲਿਆ ਤੇ ਪਿੰਡ ਦੇ ਇੱਕ ਸਿਆਣੇ ਬੰਦੇ ਨੂੰ ਚੁਣ ਲਿਆ ਵੀ ਤੇਰੀ ਡਿਊਟੀ ਹੈ, ਤੂੰ ਉਸ ਸ਼ਾਹੂਕਾਰ ਦੇ ਕੋਲ ਜਾ ਕੇ ਬੇਨਤੀ ਕਰਨੀ ਹੈ। ਜਦੋਂ ਸਿਆਣੇ ਬੰਦੇ ਨੂੰ ਚੁਣ ਲਿਆ, ਉਹਦੀ ਡਿਊਟੀ ਲਾ ਦਿੱਤੀ, ਤੇ ਉਹ ਬੰਦਾ ਹੁਣ ਆਪਣੇ ਨਗਰ ਤੋਂ ਤੁਰਿਆ। ਕਿਹੜਾ ਕੋਈ ਪੁਰਾਣੇ ਸਮੇਂ 'ਚ ਸਾਧਨ ਸੀ, ਤੁਰ ਕੇ ਜਾਣਾ ਪੈਂਦਾ। ਆਪਣੇ ਨਗਰ ਤੋਂ ਤੁਰਿਆ ਤੇ ਨਾਲ ਦੇ ਨਗਰ ਵਿੱਚ ਗਿਆ। ਪਿੰਡ ਦੇ ਬਾਹਰ ਵਾਰ ਕੀ ਵੇਖਦਾ, ਇੱਕ ਜ਼ਿਮੀਂਦਾਰ ਹਲ ਵਾਹ ਰਿਹਾ, ਨਾਲ ਉਹਦਾ ਲੜਕਾ ਉਹ ਖੇਤ 'ਚ ਕੰਮ ਕਰ ਰਿਹਾ, ਉਹ ਵੀ ਵੱਟਾਂ ਤੋਂ ਘਾਹ ਲਾ ਰਿਹਾ। ਦੋਨੇ ਹੀ ਪਿਓ ਪੁੱਤ ਖੇਤ ਦੇ ਵਿੱਚ ਕੰਮ ਕਰਦੇ ਪਏ ਨੇ। ਇਹਨੇ ਸੋਚਿਆ ਵੀ ਮੈਂ ਇਹਨਾਂ ਦੇ ਕੋਲੋਂ ਸ਼ਾਹੂਕਾਰ ਦਾ ਘਰ ਪੁੱਛ ਲਵਾਂ, ਕਿਹੜੀ ਪੱਤੀ 'ਚ ਕਿੱਥੇ ਜੇ ਆ, ਕਿਹੜੇ ਗਵਾੜ 'ਚ ਉਹਦਾ ਘਰ ਹੈ। ਇਹ ਤੁਰਿਆ ਜਾਂਦਾ, ਉਹ ਜਿੱਥੇ ਕੰਮ ਕਰਦੇ ਸੀ ਖੇਤ ਦਾ, ਉੱਥੇ ਚਲੇ ਗਏ। ਜਦੋਂ ਉਹ ਪਿੰਡ ਦਾ ਬੰਦਾ ਉਹਨਾਂ ਦੇ ਕੋਲ ਜਾਂਦਾ, ਨੇੜੇ ਪਹੁੰਚਿਆ ਤੇ ਇੰਨੇ ਨੂੰ ਉਹ ਬਜ਼ੁਰਗ ਤਾਂ ਜ਼ਿਮੀਂਦਾਰ, ਉਹ ਤਾਂ ਹਲ ਵਾਹ ਰਿਹਾ ਸੀ, ਪਰ ਜਿਹੜਾ ਉਹਦਾ ਲੜਕਾ ਸੀ ਉਹ ਇੱਕ ਵੱਟ ਤੇ ਘਾਹ ਵੱਢ ਰਿਹਾ, ਤੇ ਉਹ ਘਾਹ ਦੇ ਵਿੱਚੋਂ ਸੱਪ ਨਿਕਲਿਆ ਤੇ ਲੜਕੇ ਦੇ ਸੱਪ ਲੜ ਗਿਆ। ਇਹਦੇ ਵੇਂਦਿਆਂ ਸੱਪ ਇੰਨਾ ਕੁ ਜ਼ਹਿਰੀਲਾ ਸੀ ਕਿ ਲੜਦਿਆਂ ਹੀ ਮੌਤ ਹੋ ਗਈ। ਵੈਸੇ ਸੱਪ ਲੜ ਜਾਏ ਤੇ ਛੇਤੀ ਮੌਤ ਨਹੀਂ ਹੁੰਦੀ। ਗੁਰਮੁਖੋ 2% ਸੱਪ ਉਹ ਨੇ ਜਿਹੜੇ ਸੱਪ ਡੰਗ ਮਾਰੇ ਤੇ ਬੰਦੇ ਨੂੰ ਪਾਣੀ ਨਹੀਂ ਪੀਣ ਦਿੰਦੇ। ਕਹਿੰਦੇ 85% ਸੱਪ ਉਹ ਹੈ, ਬੰਦੇ ਦੇ ਡੰਗ ਮਾਰ ਜਾਏ, ਬੰਦਾ ਦਵਾਈ ਵੀ ਨਾ ਲਵੇ ਤੇ ਬੰਦੇ ਨੂੰ ਕੱਖ ਨਹੀਂ ਹੁੰਦਾ। ਸੱਪ ਨਹੀਂ, ਇੱਕ ਆਮ ਜਿਹਾ ਜਾਨਵਰ। 2% ਸੱਪ ਉਹ ਹੁੰਦੇ ਨੇ ਜਿਹੜੇ ਡੰਗ ਮਾਰਨ ਤੇ ਬੰਦੇ ਦੀ ਨਾਲ ਮੌਤ ਹੋ ਜਾਏ। ਸੱਪ ਨੇ ਉਸ ਲੜਕੇ ਦੇ, ਨੌਜਵਾਨ ਲੜਕਾ ਉਹਦੇ ਡੰਗ ਮਾਰਿਆ ਤੇ ਉਹਦੀ ਹੋ ਗਈ ਮੌਤ। ਜਿਹੜਾ ਬੰਦਾ ਹਲ ਵਾਹ ਰਿਹਾ ਸੀ, ਉਹਨੂੰ ਪਤਾ ਲੱਗਿਆ ਵੀ ਸੱਪ ਨੇ ਡੰਗ ਮਾਰਿਆ, ਪੁੱਤ ਦੇ ਕੋਲ ਆਇਆ, ਡਿੱਗੇ ਪਏ ਦੇ ਨਬਜ਼ ਵੇਖੀ, ਨਬਜ਼ ਰੁਕ ਗਈ। ਛਾਤੀ ਨੂੰ ਹੱਥ ਲਾ ਕੇ ਵੇਖਿਆ, ਸਵਾਸ ਰੁਕ ਗਏ, ਦਿਲ ਦੀ ਧੜਕਣ ਰੁਕ ਗਈ। ਜਿਹੜੀ ਅੰਦਰ ਸੱਤਾ ਸੀ, ਜੋਤ ਸੀ, ਉਹ ਮਾਲਕ ਨੇ ਅੰਦਰੋਂ ਖਿੱਚ ਲਈ, ਡੈਡ ਹੋ ਗਿਆ। ਉਸ ਜ਼ਿਮੀਂਦਾਰ ਨੇ, ਹਲ ਵਾਹੁਣ ਵਾਲੇ ਕਿਸਾਨ ਨੇ ਆਪਣੇ ਪੁੱਤ ਦੀ ਲਾਸ਼ ਚੁੱਕ ਕੇ ਪਾਸੇ ਰੱਖ ਦਿੱਤੀ। ਇਹ ਖੜਾ ਵੇਂਦਾ ਰਿਹਾ, ਜਿਹੜਾ ਗਿਆ ਸੀ ਪੁੱਛਣ ਰਸਤਾ। ਲਾਸ਼ ਆਪਣੇ ਪੁੱਤ ਦੀ ਚੁੱਕੀ ਤੇ ਪਾਸੇ ਰੱਖ ਦਿੱਤੀ ਤੇ ਆਪ ਫਿਰ ਹਲ ਵਾਹੁਣ ਲੱਗ ਪਿਆ। ਇਹ ਅੱਗੇ ਗਿਆ। ਹੁਣ ਇਹ ਵੀ ਸੋਚੇ ਵੀ ਇਹਦਾ ਤਾਂ ਪੁੱਤ ਮਰ ਗਿਆ, ਮੈਂ ਇਹਨੂੰ ਰਾਹ ਕਿਵੇਂ ਪੁੱਛਾਂ, ਇਹਨੂੰ ਤਾਂ ਬੜਾ ਵੱਡਾ ਦੁੱਖ ਲੱਗ ਗਿਆ, ਰਾਹ ਇਹਨੂੰ ਕਿਵੇਂ ਪੁੱਛਾਂ। ਫਿਰ ਵੀ ਇਹ ਹੁਣ ਉਧਰਲੇ ਪਾਸੇ ਗਿਆ ਸੀ, ਪੁੱਛਣਾ ਪੈ ਗਿਆ। ਇਹਨੇ ਉਸ ਬਜ਼ੁਰਗ ਨੂੰ ਰਸਤਾ ਪੁੱਛਿਆ ਸ਼ਾਹੂਕਾਰ ਦੇ ਘਰ ਦਾ, ਵੀ ਨਗਰ ਦੇ ਕਿਹੜੇ ਪਾਸੇ ਉਸ ਸ਼ਾਹ ਦਾ ਘਰ ਹੈ ਜਿਹੜਾ ਵਿਆਜ ਤੇ ਮਾਇਆ ਦਿੰਦਾ, ਜਿਹਦੇ ਕੋਲੇ ਬਹੁਤ ਮਾਇਆ ਹੈ। ਉਸ ਜ਼ਿਮੀਂਦਾਰ ਨੇ ਇਸ ਬੰਦੇ ਨੂੰ ਚੰਗੀ ਤਰ੍ਹਾਂ ਰਸਤਾ ਸਮਝਾ ਦਿੱਤਾ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਜਦੋਂ ਤੂੰ ਪਿੰਡ ਵਿੱਚ ਦੀ ਜਾਣਾ ਹੈ ਤੇ ਫਿਰਨੀ ਤੋਂ ਲੰਘੇਗਾ ਨਾ, ਥੋੜ੍ਹੇ ਜਿਹੇ ਘਰ ਛੱਡ ਕੇ ਅੱਗੇ ਇੱਕ ਕਾਲੇ ਰੰਗ ਦਾ ਗੇਟ, ਉਹ ਘਰ ਮੇਰਾ ਹੈ, ਸਾਡਾ ਘਰ ਹੈ। ਤੇ ਮੇਰਾ ਇੱਕ ਘਰੇ ਸੁਨੇਹਾ ਦਿੰਦਾ ਜਾਈ
मेरी नौं ने रोटी लैके खेत आउणा है, मेरी ते मेरे मुंडे दी, ते साडे घरे जांदा कह जाई मेरी नौं नूं सुनेहा दे दी भी तेरा पति तां चढ़ाई कर गया है, ओहदी रोटी लैके ना खेत जाई, कल्ले अपने सहुरे दी रोटी लैके जाई, ये सुनेहा दे देवी। इन्हें सुनेहा तां सुन लिया, हैरान बड़ा होया भी जवान पुੱਤ मर गया, ਉਹਦੀ लाश चुकी पासे रख दिती, फिर हल वाउण लग गया। चलो ये भी गल मैं भुल जांदा, पर नवीं एक होर सुना दिती, पुੱਤ मरिया होवे रोटियां सुझदियां। कहंदा मेरी रोटी लैके आ जाए मेरी नौं। ये हुण सोचा सोचदा, गिणतियां गिणदा, गट्टियां गिणदा गिणदा ते उत्थों तुर पिया, उस ਜ਼ਿਮੀਂਦਾਰ ਦੇ ਕੋਲੋਂ ਤੁਰ ਪਿਆ। ਹੁਣ ਜਦੋਂ ਤੁਰਿਆ ਜਾਂਦਾ ਤੇ ਇਹਨੂੰ ਨਾ ਰਸਤੇ 'ਚ ਇੱਕ ਲੜਕੀ ਮਿਲੀ, ਉਹਦੇ ਸਿਰ ਦੇ ਉੱਤੇ ਛਾਬਾ ਰੱਖਿਆ, ਛੋਟੀ ਜਿਹੀ ਟੋਕਰੀ ਰੱਖੀ। ਪੁਰਾਣੇ ਸਮੇਂ 'ਚ ਜਦੋਂ ਬੀਬੀਆਂ ਨੇ ਖੇਤ ਪ੍ਰਸ਼ਾਦੇ ਲੈ ਕੇ ਜਾਣਾ, ਅੱਜ ਤਾਂ ਸ਼ਾਇਦ ਕੋਈ ਬੀਬੀ ਪ੍ਰਸ਼ਾਦਾ ਨਹੀਂ ਲੈ ਕੇ ਜਾਂਦੀ ਹੋਣੀ ਖੇਤ। ਜਦੋਂ ਖੇਤ 'ਚ ਕੰਮ ਕਰਦੇ ਵੀਰ ਤੇ ਉਹਨਾਂ ਦਾ ਪ੍ਰਸ਼ਾਦਾ ਕਿਸੇ ਭੈਣ ਨੇ ਲੈ ਕੇ ਜਾਣਾ ਨਾ, ਤੇ ਇੱਕ ਛਾਬੇ 'ਚ ਇੱਕ ਛੋਟੀ ਜਿਹੀ ਟੋਕਰੀ 'ਚ ਪ੍ਰਸ਼ਾਦੇ ਰੱਖ ਕੇ ਸਿਰ ਤੇ ਰੱਖ ਕੇ ਲੈ ਕੇ ਜਾਣਾ। ਹੁਣ ਇੱਕ ਲੜਕੀ ਤੁਰੀ ਆਵੇ, ਉਹਦੇ ਸਿਰ ਤੇ ਛਾਬਾ ਰੱਖਿਆ ਰੋਟੀਆਂ ਵਾਲਾ, ਇਹ ਉਹਦੇ ਵੱਲ ਵੇਖ ਕੇ ਤੇ ਇਹ ਜਾਣ ਗਿਆ, ਅਨੁਭਵ ਹੋ ਗਿਆ ਕਿ ਸ਼ਾਇਦ ਉਸੇ ਬਜ਼ੁਰਗ ਦੀ ਨਹੁੰ ਹੈ ਜਿਹਨੂੰ ਮੈਂ ਸੁਨੇਹਾ ਦੇਣਾ ਹੈ, रोटी लेके जा रही। इन्हें उस लड़की नूं रोक लिया, कह लग्या भी तुसी खेत रोटी लेके चले हो। वो लड़की कहन लगी हाँ, खेत मेरा एक सहुरा एक मेरा पति है, वो खेत च हल वाहुंदे ने, काम करदे आ, सवेर दे गए आ ते मैं प्रशादा लैके रोटी लैके खेत चली हाँ। ये हुण खड़ा सोचदा है भी मैं इहनूं किवें दसां भी तेरा पति चढ़ाई कर गया, किते मैं दस देवां ते ये होश भुल जाए, बेहोश हो जाए, इहदे तो झलिया कोई नहीं जाना, किवें दसां। वो लड़की पुछदी है, कहन लगी बाबा कोई काम सी? ਇਹਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਵੀ ਦੱਸਾਂ ਕਿਵੇਂ, ਤੇ ਮਨ ਕਰੜਾ ਜਾ ਕਰਕੇ ਕਹਿਣ ਲੱਗਿਆ ਵੀ ਸੁਨੇਹਾ ਤਾਂ ਹੁਣ ਦੇਣਾ ਹੀ ਪੈਣਾ, ਸੁਨੇਹਾ ਦਿੱਤਾ ਸੀ, ਦੱਸਣਾ ਤਾਂ ਪੈਣਾ ਹੀ ਹੈ। ਕਹਿਣ ਲੱਗਿਆ ਧੀਏ ਤੇਰੇ ਸਹੁਰੇ ਨੇ ਮੈਨੂੰ ਸੁਨੇਹਾ ਦਿੱਤਾ ਕਿ ਤੂੰ ਖੇਤ ਰੋਟੀ 2 ਜਾਣਿਆਂ ਦੀ ਨਹੀਂ 1 ਜਾਣੇ ਦੀ ਲੈ ਕੇ ਜਾਣੀ। ਕਹਿਣ ਲੱਗੀ ਕਿਉਂ? ਖੇਤ 2 ਜਾਣੇ ਨੇ, ਇੱਕ ਮੇਰਾ ਸਹੁਰਾ ਇੱਕ ਮੇਰਾ ਪਤੀ ਹੈ। खेत 2 जाने रोटी 1 दी क्यों? ਇਹਦਾ हजे भी दसन नूं दिल ना करे। फिर करड़ा जा मन करके कहन लग्या बीबी तेरा पति तां सप लड़ गया, चढ़ाई कर गया, इस करके ओदी रोटी ना लेके जाई, अपने सहुरे दी रोटी लेके जाई। इहनूं ये सी कि इहदी धा निकलेगी, ये चीका मार के रोएगी जदों इहनूं दस्सिया कि तेरा पति चढ़ाई कर गया। पर धन वो बीबी वो कहन लगी कोई गल नहीं बाबा, जे मेरा पति चढ़ाई कर गया तो अज छेती छेती च घरों प्रशादा मैं नहीं छक के आई, वो प्रशादा इत्थे बैठ के मैं छक लैंदी हाँ, मेरे पति दे हिस्से दा प्रशादा मैं छक लैंदी हाँ, ते बापू दी सहुरे दा जिहड़ा प्रशादा है वो मैं खेत ले जांदी। ये सोचदा भी मैं कुछ होर सोचिया सी, होया कुछ होर है। हुण फिर ये सोचदा सोचदा जिहड़ा इहनूं घर दस्सिया सी शाहूकार दा, उस रास्ते फिर तुर पिया। पर हुण इहनूं सब कुछ भुल गया, सुध बुध सारी भुल गई, क्योंकि कौतकी इदां दे वेख आया ਜਿਹਦਾ ਪੁੱਤ ਜਵਾਨ मर जाए वो लाश पासे रख के हल वाह रहा, ਜਿਹਦਾ पति चढ़ाई कर गया वो कहती मैं रोटी खा लांगी ਉਹਦੇ हिस्से दी, मैं अज खाधी नहीं, मैं सोचिया सी रोएगी।
ਹੁਣ ਇਹ ਤੁਰਦਾ ਗਿਆ ਤੇ ਉਸ ਸ਼ਾਹੂਕਾਰ ਦੇ ਘਰ ਪਹੁੰਚਿਆ, ਦਰਵਾਜ਼ਾ ਖੜਕਾਇਆ ਤੇ ਅੱਗੋਂ ਸ਼ਾਹੂਕਾਰ ਮਿਲਿਆ। ਪੁੱਛ ਲਿਆ ਵੀ ਤੁਸੀਂ ਸ਼ਾਹੂਕਾਰ ਹੋ? ਉਹ ਕਹਿਣ ਲੱਗਿਆ ਜੀ ਹਾਂ। ਠੀਕ ਆਏ ਹੋ ਤੁਸੀਂ? ਇਹਨੂੰ ਬਿਠਾ ਲਿਆ, ਚਾਹ ਪਾਣੀ ਛਕਾਇਆ, ਸੇਵਾ ਪਾਣੀ ਕੀਤੀ। ਹੁਣ ਪੁੱਛਿਆ ਜੀ ਕਿਵੇਂ ਆਏ ਹੋ? ਇਹਨੇ ਸਾਰੀ ਕਹਾਣੀ ਦੱਸ ਦਿੱਤੀ। ਕਹਿਣ ਲੱਗਿਆ ਜੀ ਸਾਡਾ ਨਾਲ ਦਾ ਨਗਰ ਹੈ, ਸਾਡੇ ਨਗਰ ਵਿੱਚ ਕਾਲ ਪੈ ਗਿਆ, ਇਸ ਕਰਕੇ ਪ੍ਰਜਾ ਭੁੱਖੀ ਮਰ ਰਹੀ ਹੈ, ਨਾ ਸਾਡੇ ਕੋਲੇ ਪੈਸਾ ਹੈ, ਨਾ ਅੰਨ ਦਾਣਾ ਕੁਝ ਨਹੀਂ ਹੈ। ਇਸ ਕਰਕੇ ਪ੍ਰਜਾ ਨੂੰ ਬਚਾਉਣ ਵਾਸਤੇ ਤੁਹਾਡੇ ਕੋਲੇ ਮੈਂ ਫਰਿਆਦੀ ਹੋ ਕੇ ਆਇਆ। ਮੈਨੂੰ ਪਿੰਡ ਦੇ ਚੌਧਰੀਆਂ ਨੇ ਡਿਊਟੀ ਲਾ ਕੇ ਭੇਜਿਆ। ਕਹਿਣ ਲੱਗਿਆ ਜੀ ਮੈਨੂੰ ਸੇਵਾ ਦੱਸੋ, ਮੈਂ ਕੀ ਸੇਵਾ ਕਰਾਂ? ਕਹਿਣ ਲੱਗਿਆ ਜੀ ਮੈਨੂੰ ਸਾਡੇ ਨਗਰ ਦੇ ਲੋਕਾਂ ਨੇ ਕਿਹਾ ਕਿ 10,000 ਸੋਨੇ ਦੀ ਮੋਹਰ ਮਿਲ ਜਾਏ, ਉਹਦੇ ਨਾਲ ਅਸੀਂ ਕੋਈ ਕੰਮ ਚਲਾ ਲਵਾਂਗੇ। ਨਗਰ ਦੇ ਲੋਕ ਜਦੋਂ ਕੰਮ ਚਲਾ ਲੈਣਗੇ ਤੇ ਫਿਰ ਕੋਈ ਵਟਤ ਹੋ ਜਾਏਗੀ, ਕੋਈ ਖੱਟੀ ਖੱਟ ਲਵਾਂਗੇ, ਅਸੀਂ ਕੋਈ ਕਮਾਈ ਕਰ ਲਵਾਂਗੇ 10,000 ਮੋਹਰ ਨਾਲ। ਸ਼ਾਹੂਕਾਰ ਕਹਿਣ ਲੱਗਿਆ ਕੋਈ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ, 10,000 ਮੋਹਰ ਲੈ ਜਾਓ। ਹੁਣ ਉਸ ਸ਼ਾਹੂਕਾਰ ਨੇ ਆਪਣੀ ਘਰਵਾਲੀ ਨੂੰ ਆਵਾਜ਼ ਦਿੱਤੀ। ਕਹਿਣ ਲੱਗਿਆ ਅੰਦਰ ਤੋਸੇ ਖਾਨੇ ਦੇ ਵਿੱਚੋਂ 10,000 ਸੋਨੇ ਦੀ ਮੋਹਰ ਲਿਆ ਕੇ ਇਸ ਬੰਦੇ ਨੂੰ ਦੇ ਦਿਓ। ਉਹਦੇ ਘਰਵਾਲੀ ਅੰਦਰ ਚਲੀ ਗਈ 10,000 ਮੋਹਰਾਂ ਲੈਣ ਵਾਸਤੇ। ਉਹ ਅੰਦਰ ਗਈ ਤੇ ਇਹ ਜਿਹੜੀ ਰਸਤੇ 'ਚ ਸਾਰੀ ਕਹਾਣੀ ਵੇਖ ਕੇ ਆਇਆ, ਜਿਹੜੇ ਕੌਤਕ ਰਸਤੇ 'ਚ ਵੇਖੇ, ਉਹ ਇਹਦੇ ਕੋਲ, ਉਹ ਸ਼ਾਹੂਕਾਰ ਦੇ ਕੋਲ ਸਾਂਝੇ ਕਰਨ ਲੱਗਿਆ। ਕਹਿਣ ਲੱਗਿਆ ਸੇਠ ਜੀ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਹੈ। ਸੇਠ ਕਹਿੰਦਾ ਪੁੱਛ। ਕਹਿੰਦਾ ਜਦੋਂ ਮੈਂ ਤੁਹਾਡੇ ਘਰ ਬਾਰੇ ਰਸਤੇ 'ਚ ਕਿਸੇ ਨੂੰ ਪੁੱਛਣ ਗਿਆ ਨਾ, ਖੇਤ 'ਚ ਹਲ ਵਾਹੁੰਦੇ ਸੀ 2 ਪਿਓ ਪੁੱਤ, ਤੇ ਕਹਿੰਦਾ ਪੁੱਤ ਦੇ ਸੱਪ ਲੜ ਗਿਆ, ਪੁੱਤ ਮਰ ਗਿਆ ਤੇ ਲਾਸ਼ ਪਾਸੇ ਰੱਖ ਦਿੱਤੀ ਚੁੱਕ ਕੇ, ਤੇ ਉਹ ਬਜ਼ੁਰਗ ਫਿਰ ਹਲ ਵਾਹੀ ਗਿਆ। ਮੈਨੂੰ ਆਖਿਆ ਸੀ ਘਰੇ ਸੁਨੇਹਾ ਦੇ ਦੀ, ਪ੍ਰਸ਼ਾਦਾ ਇੱਕ ਦਾ ਲਿਆਵੇ। ਨਹੁੰ ਮੇਰੀ ਰਸਤੇ 'ਚ ਮਿਲੀ, ਮੈਂ ਸੁਨੇਹਾ ਦਿੱਤਾ। ਮੈਂ ਆਖਿਆ ਸੀ ਇਹ ਰੋਵੇਗੀ, ਪਿੱਟ ਸਿਆਪਾ ਕਰੇਗੀ, ਇਹਨੂੰ ਮੈਂ ਕਿਵੇਂ ਦੱਸਾਂਗਾ ਇਹਦੇ ਤੋਂ ਇਹ ਦੁੱਖ ਝੱਲਿਆ ਨਹੀਂ ਜਾਣਾ। ਅਚਨਚੇਤ ਹੀ ਸੁਨੇਹਾ ਦੇ ਦਈਏ ਤਾਂ ਕਿਸੇ ਨੂੰ। ਕਹਿਣ ਲੱਗਿਆ ਜਦੋਂ ਮੈਂ ਸੁਨੇਹਾ ਦਿੱਤਾ ਵੀ ਪ੍ਰਸ਼ਾਦਾ ਇੱਕ ਦਾ, ਤੇ ਉਹ ਕਹਿੰਦੀ ਕੋਈ ਨਹੀਂ, ਜੇ ਮੇਰਾ ਪਤੀ ਚੜ੍ਹਾਈ ਕਰ ਗਿਆ ਤੇ ਪਤੀ ਦੇ ਹਿੱਸੇ ਦਾ ਪ੍ਰਸ਼ਾਦਾ ਮੈਂ ਛਕ ਲਵਾਂਗੀ। ਕਿਹੋ ਜਿਹੇ ਲੋਕ ਨੇ ਤੁਹਾਡੇ ਨਗਰ ਦੇ ਸੇਠ ਜੀ? ਸਾਰੀ ਗੱਲ ਸੁਣ ਕੇ ਸੇਠ ਕਹਿਣ ਲੱਗਿਆ ਜੀ ਤੁਹਾਡੇ ਨਗਰ ਵਿੱਚ ਕਿਵੇਂ ਹੁੰਦਾ ਹੈ? ਕਹਿੰਦਾ ਜੀ ਸਾਡੇ ਨਗਰ ਵਿੱਚ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਨਾ, ਜਦੋਂ ਕਿਸੇ ਤੇ ਮੌਤ ਆ ਜਾਂਦੀ, ਕਹਿੰਦੇ ਫਿਰ ਸਾਰਾ ਪਰਿਵਾਰ ਅਸੀਂ ਇਕੱਠੇ ਬੈਠ ਕੇ ਫਿਰ ਉੱਚੀ ਉੱਚੀ ਰੋਂਦੇ ਹਾਂ। ਮਾਫ਼ ਕਰਿਓ ਜੇ, ਕਹਿੰਦੇ ਪਿੱਟ ਸਿਆਪਾ ਕਰਦੇ ਹਾਂ ਅਸੀਂ ਉੱਚੀ ਉੱਚੀ। ਅਸੀਂ ਤਾਂ ਜ਼ੋਰ ਜ਼ੋਰ ਨਾਲ ਆਪਣੀਆਂ ਛਾਤੀਆਂ ਤੇ ਹੱਥ ਮਾਰਦੇ ਹਾਂ, ਉੱਚੀ ਉੱਚੀ ਰੋਂਦੇ ਹਾਂ। ਕਹਿਣ ਲੱਗਿਆ ਜੀ 10 ਦਿਨ ਅਸੀਂ ਰੋਂਦੇ ਰਹਿੰਦੇ ਹਾਂ, 10 ਦਿਨ ਅਸੀਂ ਪ੍ਰਸ਼ਾਦਾ ਪਾਣੀ ਨਹੀਂ ਛਕਦੇ, ਸਾਡੇ ਪਾਣੀ ਨਹੀਂ ਲੰਘਦਾ, ਕਿਉਂਕਿ ਪਰਿਵਾਰ 'ਚੋਂ ਜੀਵ ਗਿਆ, ਨਾਲ ਦਾ ਗਿਆ, ਪਾਣੀ ਕਿਵੇਂ ਲੰਘੇ, ਪ੍ਰਸ਼ਾਦਾ ਕਿਵੇਂ ਲੰਘੇ? ਮੱਲੋ ਮੱਲੀ ਰੋਣ ਆਉਂਦਾ ਜੀ। ਸਾਰੀ ਗੱਲ ਸੁਣਦਿਆਂ ਸਾਰ ਸੇਠ ਨੇ ਆਪਣੇ ਘਰਵਾਲੀ ਨੂੰ ਆਵਾਜ਼ ਦੇ ਦਿੱਤੀ। ਕਹਿਣ ਲੱਗਿਆ ਭਗਵਾਨ ਨੇ ਮੋਹਰਾਂ ਲੈ ਕੇ ਨਾ ਆਈ। ਹੁਣ ਇਹ ਫਿਰ ਹੈਰਾਨ ਹੋਇਆ ਵੀ ਮੈਂ ਗੱਲ ਸੁਣਾਈ ਤੇ ਇਹ ਕਹਿੰਦਾ ਮੋਹਰਾਂ ਨਾ ਲੈ ਕੇ ਆਈ। ਉਹ ਆਣ ਕੇ ਪੁੱਛਦੀ ਆ ਜੀ ਮੋਹਰਾਂ ਲੈਣੀਆਂ ਨਹੀਂ? ਸੇਠ ਆਪਣੇ ਘਰਵਾਲੀ ਨੂੰ ਕਹਿੰਦਾ ਨਹੀਂ, ਇਹਨਾਂ ਨੂੰ ਮੋਹਰਾਂ ਦੇਣੀਆਂ ਨਹੀਂ। ਇਹ ਹੁਣ ਫਿਰ ਪੁੱਛਦਾ ਜੀ ਕਾਰਨ ਕੀ, ਤੁਸੀਂ ਮੈਨੂੰ ਮੋਹਰਾਂ ਕਿਉਂ ਨਹੀਂ ਦੇਣੀਆਂ? ਮੈਨੂੰ 10,000 ਮੋਹਰ ਦੇ ਦਿਓ, ਅਸੀਂ ਸਮੇਤ ਵਿਆਜ ਖੁਸ਼ੀ ਖੁਸ਼ੀ ਤੁਹਾਨੂੰ ਮੋੜ ਦੇਵਾਂਗੇ।
ਸ਼ਾਹੂਕਾਰ ਕਹਿੰਦਾ ਦੇਖੋ ਰੱਬ ਨੇ ਤੁਹਾਨੂੰ ਇੱਕ ਦਾਤ ਦਿੱਤੀ ਹੈ, ਆ ਸਰੀਰ ਇਹ ਜੀਵ ਰੱਬ ਨੇ ਦਾਤ ਦਿੱਤੀ, ਤੇ ਜਿੱਦੇ ਰੱਬ ਨੂੰ ਮੋੜਨੀ ਹੁੰਦੀ ਹੈ ਤੁਸੀਂ ਇੰਨਾ ਆਪਣਾ ਬੁਰਾ ਹਾਲ ਕਰਦੇ ਆ, ਰੱਬ ਨਾਲ ਇੰਨੇ ਉਲਾਮੇ, ਰੱਬ ਨਾਲ ਇੰਨੇ ਗਿਲੇ ਕਰਦੇ ਹੋ। 10 ਦਿਨ ਰੱਬ ਨੂੰ ਉਲਾਮੇ ਦਿੰਦੇ, 10 ਦਿਨ ਰੋਂਦੇ ਰਹਿੰਦੇ, 10 ਦਿਨ ਕੁਝ ਖਾਂਦੇ ਪੀਂਦੇ ਨਹੀਂ। ਜਿਹੜਾ ਬੰਦਾ ਰੱਬ ਦੇ ਘਰੋਂ ਆਈ ਚੀਜ਼, ਰੱਬ ਦੀ ਦਾਤ, ਰੱਬ ਨੂੰ ਮੋੜਨ ਲੱਗਿਆ, ਰੱਬ ਦੀ ਸੀ, ਜੀਵ ਰੱਬ ਦੇ ਹੀ ਨੇ, ਰੱਬ ਹੀ ਲੈ ਗਿਆ। ਜਿਹੜਾ ਰੱਬ ਦਾ ਜੀਵ ਆਇਆ ਤੇ ਰੱਬ ਉਹਨੂੰ ਲੈ ਗਿਆ, ਤੇ ਤੁਸੀਂ ਇੰਨਾ ਦੁੱਖ ਮਨਾਉਂਦੇ ਹੋ। ਕਹਿੰਦੇ ਫਿਰ ਦਾਤ ਜਦੋਂ ਮੋੜਨ ਲੱਗੇ ਤੇ ਇੰਨਾ ਕੁਝ ਕੀਤਾ। ਕਹਿਣ ਲੱਗਿਆ ਮੈਨੂੰ ਤਾਂ ਨਹੀਂ ਯਕੀਨ ਵੀ ਤੁਸੀਂ ਖੁਸ਼ੀ ਖੁਸ਼ੀ ਮੋੜ ਦਿਓਗੇ, ਮੇਰੇ ਨਾਲ ਕੀ ਹਾਲ ਕਰੋਗੇ, ਮੈਨੂੰ ਕਿੰਨਾ ਕੁਝ ਆਖੋਗੇ, ਜਿਨ੍ਹਾਂ ਨੇ ਰੱਬ ਨੂੰ ਨਹੀਂ ਬਖਸ਼ਿਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਨੂੰ ਭਾਣੇ ਵਿੱਚ ਰਹਿਣਾ ਸਿਖਾਇਆ। ਗੁਰਬਾਣੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਇਤਿਹਾਸ ਸਾਨੂੰ ਭਾਣੇ 'ਚ ਰਹਿਣਾ ਸਿਖਾਉਂਦਾ ਹੈ। ਤੇ ਭਾਣੇ 'ਚ ਰਹਿਣਾ ਸਿੱਖਿਆ ਤਾਂ ਜਾਂਦਾ ਹੈ ਜੇ ਅਸੀਂ ਕਿਤੇ ਗੁਰੂ ਘਰ ਆ ਕੇ ਬਾਣੀ ਪੜ੍ਹ ਲਾਂਗੇ, ਨਾਮ ਜਪ ਲਾਂਗੇ, ਫਿਰ ਬੰਦੇ ਨੂੰ ਭਾਣੇ ਦੀ ਜਾਚ ਆ ਜਾਂਦੀ ਹੈ, ਭਾਣੇ ਦੇ ਬਾਰੇ 'ਚ ਇਲਮ ਆ ਜਾਂਦਾ ਹੈ ਵੀ ਭਾਣਾ ਹੁੰਦਾ ਕੀ ਹੈ। ਪਰ ਮਾਫ ਕਰਿਓ ਜੇ ਗੁਰੂ ਦੇ ਕੋਲ ਆ ਕੇ ਬੈਠਣ ਦਾ ਤਾਂ ਸਾਡੇ ਕੋਲੇ ਗੁਰਮੁਖੋ ਟਾਈਮ ਨਹੀਂ। ਇੰਨਾ ਅਸੀਂ ਆਪਣੇ ਘਰ ਦੇ ਕੰਮਾਂ ਧੰਦਿਆਂ 'ਚ ਬਿਜੀ ਹੋ ਗਏ। ਹਾਂ ਠੀਕ ਹੈ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਦੁੱਖ ਸਾਨੂੰ ਹੁੰਦਾ ਹੈ, ਮੈਂ ਰੋਜ਼ ਕਹਿੰਦਾ ਹੁੰਦਾ ਦੁੱਖ ਹੁੰਦਾ ਹੈ, ਕਿਉਂਕਿ ਧੀ ਨੂੰ ਚਾਅ ਹੁੰਦਾ ਵੀ ਮੇਰਾ ਬਾਪੂ ਮੇਰੇ ਕੋਲ ਹੈ। ਮਾਂ ਹੋਵੇ, ਬਾਪ ਹੋਵੇ ਤਾਂ ਧੀਆਂ ਦਾ ਉਹ ਪੇਕਾ ਘਰ ਹੈ। ਬਾਪੂ ਨਾ ਹੋਵੇ ਸਿਰ ਤੇ, ਮਾਂ ਨਾ ਹੋਵੇ ਨਾ, ਭਰਾ ਹੋਣ, ਭਰਜਾਈਆਂ ਹੋਣ, ਮਾਫ ਕਰਿਓ ਜੇ ਧੀ ਦਾ ਪੇਕੇ ਆਉਣ ਨੂੰ ਦਿਲ ਨਹੀਂ ਕਰਦਾ। ਜਿਹੜਾ ਕੁਝ ਉਹਨੂੰ ਬਾਪੂ ਦੇ ਹੁੰਦਿਆਂ ਮਿਲਣਾ ਸੀ ਉਹ ਬਾਪੂ ਤੋਂ ਬਗੈਰ ਨਹੀਂ ਮਿਲਣਾ। ਜਿਹੜਾ ਚਾਅ ਬਾਪੂ ਦੇ ਹੁੰਦਿਆਂ ਸੀ ਉਹ ਚਾਅ ਹੁਣ ਨਹੀਂ ਹੋਣਾ। ਉਹ ਸਾਰੇ ਚਾਅ ਬਾਪੂ ਧੀ ਦੇ ਨਾਲ ਹੀ ਲੈ ਗਿਆ। ਚਾਅ ਬਥੇਰਾ ਹੁੰਦਾ ਪੇਕੇ ਘਰ ਦਾ ਧੀ ਨੂੰ, ਪਰ ਜਿੱਦੇ ਬਾਪੂ ਚੜ੍ਹਾਈ ਕਰ ਗਿਆ ਉਹਦੇ ਸਾਰੇ ਨਾਲ ਹੀ ਚਾਅ ਲੈ ਜਾਂਦਾ ਧੀਆਂ ਦੇ। ਹਾਂ ਫਿਰ ਸਾਨੂੰ ਵੈਸੇ ਮੌਤ ਦੀ ਤਿਆਰੀ ਰੱਖਣੀ ਚਾਹੀਦੀ ਹੈ। ਬੰਦੇ ਦੇ ਕੋਲੇ ਟਾਈਮ ਨਹੀਂ, ਹਰ ਬੰਦਾ ਕਹਿੰਦਾ ਟਾਈਮ ਨਹੀਂ। ਦੁਨੀਆ ਦੇ ਹਰ ਕੰਮ ਵਾਸਤੇ ਅਸੀਂ ਟਾਈਮ ਕੱਢ ਲੈਂਦੇ ਹਾਂ, ਪਰ ਜ਼ਿੰਦਗੀ ਸੋਹਣੀ ਬਣਾਉਣ ਵਾਸਤੇ, ਮਾਲਕ ਦੇ ਚਰਨਾਂ 'ਚ ਥਾਂ ਲੈਣ ਵਾਸਤੇ, ਜਗ੍ਹਾ ਬਣਾਉਣੀ ਹੋਵੇ ਤੇ ਫਿਰ ਵੀ ਟਾਈਮ ਕੱਢਣਾ ਪੈਂਦਾ ਹੈ। ਇੱਕ ਐਗਜ਼ੈਂਪਲ ਹੋਰ ਆਪ ਜੀਆਂ ਦੇ ਸਾਹਮਣੇ ਰੱਖਾਂ ਮੈਂ। ਕਹਿੰਦੇ ਇੱਕ ਨਗਰ ਦੇ ਵਿੱਚ ਬਹੁਤ ਤਕੜਾ ਸੇਠ, ਬੜੀ ਤਕੜੀ ਉਹਦੀ ਦੁਕਾਨ ਪਾਈ ਹੋਈ ਹੈ। ਬਹੁਤ ਸਾਰੇ ਗਾਹਕ ਉਹਦੀ ਦੁਕਾਨ ਤੇ ਆਉਂਦੇ ਨੇ। ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਕਾਨ ਤੇ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਹੈ। ਦੁਕਾਨ ਤੇ ਕੰਮ ਕਰਨ ਵਾਸਤੇ ਕਈ ਉਹਨੇ ਕਰਿੰਦੇ ਰੱਖੇ ਹੋਏ ਨੇ, ਕੰਮ ਕਰਨ ਵਾਲੇ। ਇੱਕ ਦਿਨ ਕੀ ਹੋਇਆ, ਇੱਕ ਕੋਈ ਸਾਜ਼ ਵਜਾਉਣ ਵਾਲਾ ਗਰੀਬੜਾ, ਆਮ ਤੁਸੀਂ ਵੇਖਿਆ ਹੋਣਾ ਵੀ ਜਦੋਂ ਅਸੀਂ ਟ੍ਰੇਨ ਤੇ ਸਫ਼ਰ ਕਰਦੇ ਹਾਂ ਨਾ ਤੇ ਕਈ ਦੋ ਡੀਟੀਆਂ ਲੈ ਕੇ ਉਹਦਾ ਹੀ ਸਾਜ਼ ਬਣਾ ਲੈਂਦੇ ਆ, ਬੜੀ ਸੋਹਣੀ ਆਵਾਜ਼ ਹੁੰਦੀ ਉਹਨਾਂ ਦੀ। ਕੋਈ ਲੱਕੜ ਦਾ ਡੰਡਾ ਲੈ ਕੇ ਉਹਦੇ ਨਾਲ ਤਾਗਾ ਬੰਨ੍ਹ ਕੇ ਬੜੀ ਸੋਹਣੀ ਤੂੰਬੀ ਬਣਾ ਲੈਂਦੇ ਨੇ। ਇੱਦਾਂ ਦੇ ਦੇਸੀ ਜੇ ਸਾਜ਼ ਬਣਾ ਕੇ ਨਾ ਤੇ ਆਵਾਜ਼ ਬੜੀ ਸੋਹਣੀ ਕੱਢ ਲੈਂਦੇ ਆ, ਨਾਲ ਆਪਦੀ ਆਵਾਜ਼ ਉਹਨਾਂ ਦੀ ਬੜੀ ਸੋਹਣੀ ਹੁੰਦੀ ਹੈ। ਕਈ ਵਾਰ ਸਾਡਾ ਮਨ ਮੋਹ ਲੈਂਦੇ ਆਮ ਜਦੋਂ ਟ੍ਰੇਨ 'ਚ ਜਾਂ ਬੱਸਾਂ 'ਤੇ ਸਫ਼ਰ ਕਰੀਏ।
ਉਹ ਜਿਹਾ ਇੱਕ ਸਾਜ਼ ਵਜਾਉਣ ਵਾਲਾ ਕੋਈ ਗਰੀਬੜਾ ਜਿਹਾ ਸੇਠ ਦੀ ਦੁਕਾਨ ਤੇ ਆਇਆ। ਕਹਿਣ ਲੱਗਿਆ, ਸੇਠ ਜੀ ਮੈਂ ਆਪਣਾ ਸਾਜ਼ ਵਜਾ ਕੇ ਤੁਹਾਨੂੰ ਸੁਣਾਉਣਾ ਚਾਹੁੰਦਾ ਹੈ। ਆ ਮੇਰੇ ਕੋਲ ਸਾਜ਼ ਹੈ ਨਿੱਕਾ ਜਿਹਾ, ਇਹ ਵਜਾ ਕੇ ਤੁਹਾਨੂੰ ਸੁਣਾਉਣਾ ਚਾਹੁੰਦਾ। ਸੇਠ ਕਹਿਣ ਲੱਗਿਆ, ਹਜੇ ਨਹੀਂ, ਮੇਰੇ ਕੋਲ ਟਾਈਮ ਨਹੀਂ ਹੈ। ਵੇਖ ਗਾਹਕਾਂ ਦੀ ਲਾਈਨ ਲੱਗੀ, ਮੈਂ ਗਾਹਕ ਤੋਰਾਂ ਕਿ ਤੇਰੇ ਸਾਜ਼ ਨੂੰ ਸੁਣਾ। ਕਹਿਣ ਲੱਗਿਆ, ਜੀ ਗਰੀਬ ਹਾਂ, ਜੇ ਤੁਹਾਨੂੰ ਸਾਜ਼ ਸੁਣਾਵਾਂਗਾ ਤੁਸੀਂ ਕੋਈ ਰੁਪਈਆ 2 ਰੁਪਈਏ ਮੈਨੂੰ ਦੇ ਦੇਣੇ ਆ, ਜਿਹਦੇ ਨਾਲ ਮੇਰਾ ਗੁਜ਼ਾਰਾ ਹੋ ਜਾਣਾ। ਸੇਠ ਨੇ ਕੀ ਕੀਤਾ, ਕਹਿਣ ਲੱਗਿਆ, ਜੀ ਤੁਸੀਂ 2 ਰੁਪਈਏ ਲੈ ਜਾਓ, ਪਰ ਮੈਂ ਸਾਜ਼ ਨਹੀਂ ਸੁਣਨਾ, ਮੇਰੇ ਕੋਲ ਟਾਈਮ ਨਹੀਂ। 2 ਰੁਪਈਏ ਲੈ ਜਾਓ, ਪੈਸੇ ਲੈ ਜਾਓ, ਪਰ ਸਾਜ਼ ਸੁਣਨ ਦਾ ਟਾਈਮ ਨਹੀਂ। ਇਹ ਕਹਿਣ ਲੱਗਿਆ, ਜੀ ਮੈਂ ਅੱਜ ਤੱਕ ਇਹਦਾ ਨਹੀਂ ਕਰਿਆ, ਹੱਕ ਦਾ ਹੀ ਲਿਆ ਏ, ਇਹ ਹੱਕ ਦਾ ਨਹੀਂ ਹੋਏਗਾ। ਬਿਨਾਂ ਸਾਜ਼ ਸੁਣਾਉਣ ਤੋਂ, ਸੰਗੀਤ ਸੁਣਾਉਣ ਤੋਂ ਬਿਨਾਂ ਮੈਂ ਆਪ ਜੀਆਂ ਦੇ ਕੋਲੋਂ ਮਾਇਆ ਲੈ ਨਹੀਂ ਸਕਦਾ, ਮੈਂ ਨਹੀਂ ਲੈਣੀ ਮਾਇਆ। ਸੇਠ ਨੇ ਹੱਥ ਜੋੜੇ, ਕਹਿਣ ਲੱਗਿਆ, ਜਾ ਫਿਰ ਚਲਿਆ ਜਾ। ਕਹਿਣ ਲੱਗਿਆ, ਨਹੀਂ ਜਾਣਾ ਵੀ ਨਹੀਂ ਹੈ, ਸਾਜ਼ ਸੁਣਾ ਕੇ ਜਾਣਾ ਹੈ, ਪੈਸੇ ਵੀ ਲੈ ਕੇ ਜਾਣੇ 2 ਰੁਪਈਏ। ਸੇਠ ਨੇ ਆਪਣੇ ਗੱਲੇ ਦੇ ਵਿੱਚੋਂ 2 ਰੁਪਈਏ ਕੱਢੇ ਤੇ ਇਸ ਸਾਜੀ ਨੂੰ ਦੇ ਦਿੱਤੇ। ਕਹਿਣ ਲੱਗੇ, ਜਾ ਚਲਿਆ ਜਾ। ਜਦੋਂ ਦਬਕਾ ਮਾਰਿਆ ਨਾ, ਚਲਿਆ ਜਾ, ਤੇ ਤੁਰਨ ਲੱਗਿਆ। ਕਹਿਣ ਲੱਗਿਆ, ਸੇਠ ਜੀ ਕੋਈ ਗੱਲ ਨਹੀਂ, ਮੈਂ 2 ਰੁਪਈਏ ਤੁਹਾਡੇ ਤੋਂ ਉਧਾਰੇ ਲਏ ਆ, ਜਿੱਦੇ ਤੁਹਾਡੇ ਕੋਲੇ ਸਮਾਂ ਹੋਇਆ, ਜਿੱਦੇ ਟਾਈਮ ਹੋਇਆ, ਮੈਂ ਸਾਜ਼ ਜ਼ਰੂਰ ਸੁਣਾ ਕੇ ਜਾਣਾ, ਮੈਂ ਕੱਲ੍ਹ ਨੂੰ ਫੇਰ ਆਵਾਂਗਾ, ਸਾਜ਼ ਤੁਹਾਨੂੰ ਕੱਲ੍ਹ ਨੂੰ ਸੁਣਾ ਜਾਵਾਂਗਾ, ਤੁਹਾਡੇ ਪੈਸੇ ਮੇਰੇ ਕੋਲੇ ਹਜੇ ਉਧਾਰੇ ਆ 2 ਰੁਪਈਏ। ਹੁਣ ਉਹ ਸਾਜੀ ਤੁਰ ਗਿਆ ਜੀ 2 ਰੁਪਈਏ ਲੈ ਕੇ, ਤੇ ਇਹ ਸੇਠ ਨੇ ਗਲੋਂ ਗਲਾਵਾਂ ਲਾਇਆ ਵੀ ਮਸਾਂ ਮਗਰੋਂ ਲਾਇਆ। ਖਹਿੜਾ ਕਰਦਾ ਸੀ, ਆਪਣੇ ਵੀ ਕਈ ਵਾਰ ਕੋਈ ਮੰਗਤਾ ਆ ਜੇ ਤੇ ਆਪਾਂ ਨੂੰ ਤੋਰਨਾ ਔਖਾ ਹੋ ਜਾਂਦਾ ਹੈ। ਮੰਗਤੇ ਦਾ ਜਿਹੜਾ ਹੱਠ ਹੈ ਨਾ, ਭਾਈ ਗੁਰਦਾਸ ਜੀ ਨੇ ਆਖਿਆ, ਕਿਤੇ ਗੁਰੂ ਦਾ ਸਿੱਖ ਗੁਰੂ ਦੇ ਕੋਲ ਆ ਕੇ ਨਾਮ ਜਪਣ ਵਾਲਾ ਇੰਨਾ ਹੱਠ ਕਰ ਲੇ ਜਿੰਨਾ ਹੱਠ ਇੱਕ ਮੰਗਤਾ ਕਰਦਾ ਹੈ, ਤੇ ਸਿੱਖ ਗੁਰੂ ਦੇ ਕੋਲੋਂ ਬਹੁਤ ਕੁਝ ਲੈ ਲੈਂਦਾ ਹੈ। ਹੱਠ ਹੋਵੇ ਪੱਕਾ। ਮਾਫ ਕਰਿਓ ਜੇ ਮੰਗਤਾ ਤਾੜ ਕੇ ਖੜਿਆ ਰਹਿੰਦਾ ਹੈ, ਅਸੀਂ ਤਾਂ ਇੱਕ ਦਿਨ ਅਰਦਾਸ ਕਰੀਏ ਨਾ ਸਿਰੇ ਲੱਗੇ ਤੇ ਅਗਲੇ ਦਿਨ ਕੋਈ ਹੋਰ ਬਾਬਾ ਲੱਭ ਲੈਂਦੇ ਨਵਾਂ। ਪਰ ਜੇ ਕਿਤੇ ਮੰਗਤੇ ਨੂੰ ਕਰਕੇ ਹੱਠ ਇੱਥੇ ਹੀ ਖੜੇ ਰਹੀਏ ਵੀ ਬਾਪੂ ਤੇਰੇ ਤੋਂ ਹੀ ਲੈਣਾ ਹੈ, ਤੇ ਬਾਪੂ ਸਭ ਕੁਝ ਦਿੰਦਾ ਹੈ। ਸਾਰੀਆਂ ਦਾਤਾਂ ਮਾਲਕ ਦੇ ਕੋਲ, ਦੱਦਾ ਦਾਤਾ ਇੱਕ ਹੈ, ਸਭ ਕਹੋ ਦੇਵਨਹਾਰ, ਦਿੰਦੇ ਤੋਟ ਨਾ ਆਵੇ, ਅਗੰਤ ਭਰੇ ਭੰਡਾਰ। ਕਹਿੰਦੇ ਹੁਣ ਸੇਠ ਨੇ ਹੱਥ ਜੋੜੇ ਵੀ ਸ਼ੁਕਰ ਹੈ ਚਲਿਆ ਗਿਆ। ਉਹਨੇ 2 ਰੁਪਈਏ ਤਾਂ ਲੈ ਲਏ, ਤੇ ਪਰ ਉਸ ਸਾਜੀ ਨੂੰ, ਉਸ ਗਰੀਬੜੇ ਨੂੰ ਚੈਨ ਨਾ ਆਵੇ ਵੀ ਮੈਂ ਰੁਪਈਏ 2 ਲੈ ਲਿਆ, ਪਰ ਇਹਨਾਂ ਤੇ ਮੇਰਾ ਹਜੇ ਕੋਈ ਹੱਕ ਨਹੀਂ। ਮੇਰਾ ਹੱਕ ਉਦੋਂ ਹੋਏਗਾ ਜਦੋਂ ਸੇਠ ਮੇਰੇ ਕੋਲੋਂ ਸਾਜ਼ ਸੁਣ ਲਏਗਾ, ਸੰਗੀਤ ਸੁਣ ਲਏਗਾ। ਇਹਨੇ ਰਾਤ ਕੱਟੀ। ਅਗਲੇ ਦਿਨ ਫਿਰ ਸੇਠ ਦੇ ਨਗਰ 'ਚ ਚਲਿਆ ਗਿਆ। ਹੁਣ ਜਦੋਂ ਸੇਠ ਦੀ ਦੁਕਾਨ ਤੇ ਗਿਆ, ਅੱਜ ਸੇਠ ਦੀ ਦੁਕਾਨ ਨੂੰ ਜਿੰਦਰਾ ਲੱਗਿਆ। ਇਹਨੇ ਕਿਸੇ ਦੇ ਕੋਲੋਂ ਪੁੱਛਿਆ, ਕਹਿਣ ਲੱਗਿਆ, ਜੀ ਅੱਜ ਸੇਠ ਜੀ ਨਹੀਂ ਆਏ। ਸੇਠ ਜੀ ਦੁਕਾਨ ਤੇ ਕਿੰਨੇ ਵਜੇ ਆਉਂਦੇ ਨੇ? ਜਿਹਨੂੰ ਪੁੱਛਿਆ ਉਹ ਦੱਸਦਾ ਹੈ, ਕਹਿਣ ਲੱਗਿਆ, ਜੀ ਸੇਠ ਹੁਣ ਦੁਕਾਨ ਤੇ ਨਹੀਂ ਆਏਗਾ। ਕਹਿਣ ਲੱਗੇ, ਸੇਠ ਤਾਂ ਰਾਤ ਚੜ੍ਹਾਈ ਕਰ ਗਿਆ, ਅੱਜ ਸਵੇਰੇ ਉਹਦਾ ਸੰਸਕਾਰ ਕਰਤਾ। ਸੇਠ ਨੂੰ ਅਟੈਕ ਆ ਗਿਆ, ਰਾਤ ਸੰਸਕਾਰ ਕਰਤਾ ਅੱਜ ਸਵੇਰੇ, ਹੁਣ ਸੇਠ ਦੁਕਾਨ ਤੇ ਨਹੀਂ ਆਏਗਾ। ਇਹਨੇ ਉਹਦੇ ਕੋਲੋਂ ਸੇਠ ਦਾ ਘਰ ਪੁੱਛਿਆ। ਸੇਠ ਦੇ ਘਰੇ ਜਾ ਕੇ ਕਹਿਣ ਲੱਗਿਆ, ਜੀ ਸੇਠ ਦਾ ਸੰਸਕਾਰ ਕਿੱਥੇ ਕਰਿਆ? ਜਿਸ ਜਗ੍ਹਾ ਤੇ ਉਸ ਸੇਠ ਦਾ ਸੰਸਕਾਰ ਕਰਿਆ ਸੀ ਨਾ, ਉਸ ਜਗ੍ਹਾ ਤੇ ਇਹ ਸਾਜੀ ਗਰੀਬੜਾ ਵਿਚਾਰਾ ਸ਼ਮਸ਼ਾਨ ਘਾਟ ਵਿੱਚ ਚਲਿਆ ਗਿਆ। ਸੰਸਕਾਰ ਕਰਿਆ ਸੀ
ਤੇ ਥੋੜੀ ਥੋੜੀ ਅੱਗ ਬਲਦੀ ਸੀ। ਸੰਸਕਾਰ ਹੋ ਚੁੱਕਿਆ ਸੀ। ਇਹਦੀਆਂ ਅਸਥੀਆਂ ਪਈਆਂ ਨੇ, ਹੱਡ ਪਏ ਨੇ। ਕੋਲ ਜਾ ਕੇ ਖੜ ਗਿਆ, ਕਹਿਣ ਲੱਗਿਆ ਸੇਠ ਜੀ ਕੱਲ੍ਹ ਆਇਆ ਸੀ, ਗਾਹਕਾਂ ਦੀ ਬੜੀ ਭੀੜ ਲੱਗੀ ਸੀ, ਤੁਹਾਡੇ ਕੋਲ ਸਮਾਂ ਨਹੀਂ ਸੀ, ਪਰ ਮੇਰੇ ਕੋਲੇ ਤੁਹਾਡੇ 2 ਰੁਪਏ ਉਧਾਰੇ ਪਏ ਨੇ। ਉਹ 2 ਰੁਪਏ ਮੇਰੇ ਉਦੋਂ ਹੀ ਹੋਣੇ ਆ ਜਦੋਂ ਮੈਂ ਤੁਹਾਨੂੰ ਸੰਗੀਤ ਸੁਣਾਵਾਂਗਾ। ਕੱਲ੍ਹ ਆਇਆ ਸੀ, ਟਾਈਮ ਨਹੀਂ ਸੀ, ਪੈਸੇ ਮੈਂ ਲੈ ਗਿਆ ਸੀ, ਪਰ ਸੰਗੀਤ ਨਹੀਂ ਸੁਣਾਇਆ ਸੀ। ਸੇਠ ਜੀ ਹੁਣ ਸੁਣਾਵਾਂ, ਟਾਈਮ ਹੈਗਾ। ਉੱਥੇ ਤਾਂ ਟਾਈਮ ਬਣ ਹੀ ਜਾਂਦਾ। ਇਹਨੇ ਫਿਰ ਜਿੱਥੇ ਸੇਠ ਦਾ ਸਿਵਾ ਬਲਦਾ ਸੀ, ਉੱਥੇ ਖੜ ਕੇ ਫਿਰ ਇਹਨੇ ਸੇਠ ਦੇ ਅੰਗੀਠੇ ਨੂੰ ਕਹਿ ਲਓ, ਸਿਵੇ ਨੂੰ ਕਹਿ ਲਓ, ਸੰਗੀਤ ਸੁਣਾਇਆ, ਸਾਜ਼ ਵਜਾ ਕੇ ਸੁਣਾਇਆ। ਕਹਿਣ ਲੱਗਿਆ ਸੇਠ ਜੀ ਹੁਣ ਤਾਂ ਬਥੇਰਾ ਟਾਈਮ ਹੈ। ਜਿਉਂਦੇ ਜੀ ਬੰਦਾ ਟਾਈਮ ਕੱਢ ਹੀ ਨਹੀਂ ਸਕਦਾ। ਹਾਂ, ਜਿਹਦਾ ਗੁਰੂ ਨਾਲ ਪ੍ਰੇਮ ਹੋਵੇ, ਗੁਰੂ ਨਾਲ ਪਿਆਰ ਹੋਵੇ, ਉਹ ਬੰਦਾ ਗੁਰੂ ਵਾਸਤੇ ਟਾਈਮ ਕੱਢ ਲੈਂਦਾ ਹੈ। ਪਰਿਵਾਰ ਨਾਲ ਪਿਆਰ ਹੈ, ਬੰਦਾ ਟਾਈਮ ਕੱਢਦਾ ਹੈ। ਧੀਆਂ ਪੁੱਤਰਾਂ ਦੇ ਨਾਲ ਪਿਆਰ ਹੈ, ਬੰਦਾ ਟਾਈਮ ਕੱਢਦਾ ਹੈ, ਕੱਢ ਲੈਂਦਾ ਹੈ ਟਾਈਮ। ਪਰ ਹਫ਼ਤਾ ਪਹਿਲਾਂ ਟਾਈਮ ਨਿਕਲ ਜਾਂਦਾ ਹੈ, ਪਰ ਜਦੋਂ ਚੰਗਾ ਕੰਮ ਕੋਈ ਕਰਨ ਤੁਰਦੇ ਆ ਉਦੋਂ ਟਾਈਮ ਨਹੀਂ ਨਿਕਲਦਾ। ਇਸ ਕਰਕੇ ਟਾਈਮ ਕੱਢ ਕੇ ਗੁਰੂ ਦੀ ਬਾਣੀ ਨੂੰ ਸੁਣੀਏ, ਨਾਮ ਜਪੀਏ, ਤਾਂ ਸਾਡਾ ਜੀਵਨ ਸੋਹਣਾ ਬਣ ਜਾਏ। ਅਸੀਂ ਹੱਕ ਤੇ ਸੱਚ ਦੀ ਕਮਾਈ ਕਰਕੇ ਪਰਿਵਾਰ ਨੂੰ ਪਾਲੀਏ। ਕਿਉਂਕਿ ਮਾਂ ਬਾਪ ਬੱਚੇ ਵਾਸਤੇ ਬੜਾ ਕੁਝ ਕਰਦੇ ਆ। ਬੱਚੇ ਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ, ਮਾਂ ਬਾਪ ਜਿਵੇਂ ਮਰਜ਼ੀ ਕਰਨ, ਉਹਨੂੰ ਹਰ ਚੀਜ਼ ਉਹਦੀ ਲੋੜ ਪੂਰੀ ਕਰਦੇ ਨੇ, ਹਰ ਲੋੜ ਪੂਰੀ ਕਰਦੇ ਆ। ਜੋ ਬੱਚੇ ਨੇ ਮੰਗਿਆ ਬਾਪ ਲੈ ਕੇ ਦਿੰਦਾ ਹੈ। ਪਿਓ ਨੂੰ ਭਾਵੇਂ ਚੋਰੀ ਕਰਨੀ ਪਵੇ, ਠੱਗੀ ਮਾਰਨੀ ਪਵੇ, ਭਗਤ ਕਬੀਰ ਸਿਵ ਜੀ ਨੇ ਆਖਿਆ, ਕਹਿੰਦੇ ਬਹੁ ਪਰ ਪੰਚ ਕਰ ਪਰ ਤਨ ਲਿਆਵੇ। ਬੰਦਾ ਬੜੇ ਵੱਲ ਛਲ ਕਰਦਾ ਜੀ ਆਪਣੇ ਪਰਿਵਾਰ ਵਾਸਤੇ, ਧੀਆਂ ਪੁੱਤਰਾਂ ਦੇ ਵਾਸਤੇ। ਕੋਈ ਬੜੀ ਹਾਰਡ ਮਿਹਨਤ ਕਰਦਾ ਹੈ, ਬੜਾ ਸਖਤ ਕੰਮ ਕਰਦਾ ਹੈ, ਸਖਤ ਮਿਹਨਤ ਕਰਦਾ ਹੈ, ਕਿਉਂਕਿ ਉਹਨੂੰ ਇਹ ਹੁੰਦਾ ਕਿ ਮੈਂ ਆਪਣੇ ਪੁੱਤ ਨੂੰ, ਆਪਣੀ ਧੀ ਨੂੰ ਚੰਗਾ ਪੜ੍ਹਾਵਾਂ। ਇੱਕ ਆਸ ਲੈ ਕੇ ਬਾਪ ਤੁਰਦਾ ਹੈ ਕਿ ਜੇ ਮੈਂ ਚੰਗਾ ਪੜ੍ਹਾਵਾਂਗਾ ਤੇ ਵੱਡਾ ਹੋ ਕੇ ਚੰਗਾ ਧਨ ਖੱਟ ਕੇ ਮੈਨੂੰ ਦੇਵੇਗਾ, ਮੇਰੀ ਧੀ ਕਿਸੇ ਚੰਗੇ ਉੱਚੇ ਅਹੁਦੇ ਤੇ ਲੱਗੇਗੀ, ਆਸ ਹੁੰਦੀ ਹੈ। ਤੇ ਪੜ੍ਹਾਉਣ ਦੀ ਖਾਤਰ ਬਾਪ ਭਾਵੇਂ ਗਰੀਬ ਹੋਵੇ, ਕਿਸੇ ਨੂੰ ਉਹ ਠੱਗੇ, ਕਿਸੇ ਨੂੰ ਚੋਰੀ ਕਰੇ, ਪਰ ਧੀਆਂ ਪੁੱਤਰਾਂ ਵਾਸਤੇ ਸਭ ਕੁਝ ਕਰਦਾ ਹੈ। ਭਗਤ ਜੀ ਕਹਿੰਦੇ ਬਹੁ ਪਰ ਪੰਚ ਕਰ ਪਰ ਧਨ ਲਿਆਵੇ। ਲਿਆ ਕੇ ਕੀ ਕਰਦਾ? ਸੁੱਤ ਦਾਰਾ ਪਹਿਆਨ ਲੁਟਾਵੇ। ਦਾਰਾ ਕਹਿੰਦੇ ਘਰ ਵਾਲੀ ਇਸਤਰੀ ਨੂੰ, ਸੁੱਤ ਕਹਿੰਦੇ ਪੁੱਤਰ ਨੂੰ। ਉਹ ਧਨ ਲਿਆ ਕੇ ਆਪਣੇ ਪੁੱਤਰ ਨੂੰ ਦੇ ਦਿੰਦਾ ਹੈ, ਆਪਣੀ ਘਰ ਵਾਲੀ ਨੂੰ ਦੇ ਦਿੰਦਾ ਹੈ। ਸੁੱਤ ਦਾਰਾ ਪਹਿਆਨ ਲੁਟਾਵੇ। ਅੱਗੇ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤਨ ਮੇਰਾ ਤੇਰੇ ਜੀ ਪੈ ਲੀਜੈ। ਕਹਿੰਦੇ ਹੇ ਮੇਰਿਆ ਮਨਾ, ਐਵੇਂ ਭੁੱਲ ਕੇ ਕੋਈ ਮਾੜਾ ਕੰਮ ਨਾ ਕਰ, ਇਹਨਾਂ ਧੀਆਂ ਪੁੱਤਰਾਂ ਦੇ ਵਾਸਤੇ ਕੋਈ ਗਲਤ ਕਮਾਈ ਨਾ ਕਰ ਬੈਠੀ, ਕਿਤੇ ਚੋਰੀ ਦੀ ਠੱਗੀ ਦੀ ਕਮਾਈ ਨਾ ਕਰ ਬੈਠੀ, ਕਿਉਂਕਿ ਜਦੋਂ ਮੌਤ ਆਉਣੀ ਆ ਉਦੋਂ ਲੇਖਾ ਤੇਰੀ ਜਿੰਦ ਨੂੰ ਦੇਣਾ ਪੈਣਾ। ਨਾ ਧੀ ਨੇ, ਨਾ ਪੁੱਤ ਨੇ, ਨਾ ਘਰ ਵਾਲੀ ਨੇ, ਲੇਖਾ ਕਿਸੇ ਨੇ ਨਹੀਂ ਦੇਣਾ।
ਜਿਹੜੇ ਕਾਰਜ ਤੂੰ ਕੀਤੇ ਆ ਇਹਨਾਂ ਕੰਮਾਂ ਦਾ ਲੇਖਾ ਤੈਨੂੰ ਹੀ ਦੇਣਾ ਪੈਣਾ ਹੈ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀਜੈ। ਛਿਨ ਛਿਨ ਤਨ ਛੀਜੈ, ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਭਗਤ ਕਬੀਰ ਜੀ ਕਹਿੰਦੇ ਬੰਦਿਆ, ਛਿਨ ਛਿਨ ਥੋੜਾ ਥੋੜਾ ਸਮਾਂ ਕਰਕੇ ਸਮਾਂ ਲੰਘ ਰਿਹਾ ਹੈ, ਤੇਰਾ ਜਿਹੜਾ ਸਰੀਰ ਹੈ ਉਹ ਬੁੱਢਾ ਹੁੰਦਾ ਜਾਂਦਾ, ਤਨ ਛਿੱਚਦਾ ਜਾਂਦਾ ਹੈ, ਸਰੀਰ ਦੀ ਤਾਕਤ, ਸਰੀਰ ਦਾ ਬਲ, ਸਰੀਰ ਘਟਦਾ ਜਾਂਦਾ ਹੈ। ਛਿਨ ਛਿਨ ਤਨ ਛੀਜੈ, ਜਰਾ ਜਨਾਵਾ, ਜਰਾ ਕਹਿੰਦੇ ਬੁਢੇਪੇ ਨੂੰ, ਕਹਿੰਦੇ ਬੁਢੇਪਾ ਨੇੜੇ ਆਉਂਦਾ ਜਾਂਦਾ ਹੈ। ਤੇਰਾ ਸਰੀਰ, ਤੇਰਾ ਬੁਢੇਪਾ ਤੈਨੂੰ ਦੱਸਦਾ ਹੈ ਵੀ ਤੇਰੇ ਤੇ ਬੁਢੇਪਾ ਆ ਚੱਲਿਆ ਹੈ। ਤੇਰੇ ਅੱਖਾਂ ਦੀ ਰੋਸ਼ਨੀ ਘਟ ਗਈ, ਕੰਨਾਂ ਤੋਂ ਘੱਟ ਸੁਣਨ ਲੱਗ ਗਿਆ, ਜਦੋਂ ਹੁਣ ਬੋਲਦਾ ਜੀਭ ਤਤਲਾਉਂਦੀ ਆ, ਮੂੰਹ ਦੇ ਵਿੱਚ ਦੰਦ ਨਹੀਂ ਰਹੇ। ਕਹਿੰਦੇ ਇੱਥੋਂ ਅੰਦਾਜ਼ਾ ਕਿ ਹੁਣ ਬੁਢੇਪਾ ਨੇੜੇ ਆ ਗਿਆ। ਭਗਤ ਕਬੀਰ ਸਿਵ ਜੀ ਕਹਿੰਦੇ ਬੰਦਿਆ, ਛਿਨ ਛਿਨ ਤਨ ਛੀਜੈ, ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਹਾਂ, ਕਈ ਧੀ ਪੁੱਤ ਐਸੇ ਹੁੰਦੇ ਆ ਜਿਨ੍ਹਾਂ ਦੇ ਵਾਸਤੇ ਬਾਪ ਬੜੀ ਮਿਹਨਤ ਕਰਦਾ ਹੈ, ਪਰ ਭਗਤ ਕਬੀਰ ਜੀ ਕਹਿੰਦੇ ਜਦੋਂ ਅਖੀਰ ਵੇਲਾ ਆਉਂਦਾ ਹੈ, ਬਾਪੂ ਤੇਰੇ ਬੁੱਕ ਵਿੱਚ ਕਿਸੇ ਨੇ ਪਾਣੀ ਨਹੀਂ ਪਾਉਣਾ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਵੈਸੇ ਧਨ ਹੁੰਦੇ ਨੇ ਉਹ ਧੀ, ਉਹ ਪੁੱਤ ਜਿਹੜੇ ਬੁੱਢੇ ਬੇਰੇ ਮਾਂ ਪਿਓ ਦੀ ਸੇਵਾ ਕਰਦੇ ਨੇ, ਆਗਿਆ 'ਚ ਰਹਿੰਦੇ ਨੇ, ਲਾਇਕ ਹੁੰਦੇ ਨੇ। ਪਰ ਬੜੇ ਉਹ ਹੁੰਦੇ ਨੇ ਬਹੁਤ ਸਾਰੇ ਜਿਹੜੇ ਮਾਂ ਬਾਪ ਦੀ ਸੇਵਾ ਨਹੀਂ ਕਰਦੇ। ਜਦੋਂ ਬਾਪੂ ਬੁੱਢਾ ਹੋ ਜਾਏ ਨਾ, ਤੇ ਉਦੋਂ ਬਾਪੂ ਨੂੰ ਕਹਿਣ ਲੱਗ ਜਾਂਦੇ ਨੇ ਕਿ ਬਾਪੂ ਤੈਨੂੰ ਕੀ ਪਤਾ ਹੈ, ਮੈਂ ਸਿਆਣਾ। ਉਹ ਜਿਹਨੂੰ ਤੂੰ ਅੱਜ ਕਹਿ ਰਿਹਾ ਕਿ ਤੈਨੂੰ ਕੀ ਪਤਾ ਹੈ, ਇਸੇ ਨੇ ਤੈਨੂੰ ਚੱਕ ਚੱਕ ਕੇ ਪਾਲਿਆ ਹੈ, ਇਸੇ ਨਹੀਂ ਪਾਲਿਆ, ਇਸੇ ਨਹੀਂ ਪੜ੍ਹਾਇਆ, ਤੈਨੂੰ ਸਿਆਣਾ ਇਸੇ ਨੇ ਕੀਤਾ ਹੈ, ਜਿਹਦੀ ਅੱਜ ਸਿਆਣੀ ਗੱਲ ਤੂੰ ਸੁਣਨ ਨੂੰ ਤਿਆਰ ਨਹੀਂ। ਬਾਪੂ ਨੂੰ ਫਿਕਰ ਹੁੰਦਾ ਹੈ, ਕਹਿੰਦਾ ਹੁੰਦਾ ਪੁੱਤ ਟਾਈਮ ਨਾਲ ਘਰ ਆ ਜਾਈ, ਟਾਈਮ ਨਾਲ। ਤੇ ਉਦੋਂ ਕਹੇਗਾ ਬਾਪੂ ਮੇਰੇ ਯਾਰ ਦੋਸਤ ਗੁੱਸੇ ਹੋ ਜਾਂਦੇ ਜਿੰਨਾ ਚਿਰ ਰਾਤ ਨੂੰ 10 ਵਜੇ ਤੱਕ ਮੈਂ ਉਹਨਾਂ ਕੋਲ ਨਾ ਬੈਠਾ, ਤੈਨੂੰ ਕੀ ਪਤਾ ਹੈ। ਉਦੋਂ ਫਿਰ ਬਾਪੂ ਨਹੀਂ ਕਹਿੰਦੇ, ਮਾਫ ਕਰਿਓ ਜੇ, ਉਦੋਂ ਬੁੜਾ ਹੀ ਕਹਿੰਦੇ ਨੇ। ਜਿਹੜਾ ਬੰਦਾ ਗੁਰੂ ਨਾਲ ਜੁੜਿਆ ਹੋਵੇ ਨਾ, ਜਿਹੜੇ ਬੰਦੇ ਨੇ ਬਾਣੀ ਪੜ੍ਹੀ ਹੈ, ਉਹ ਬੰਦਾ ਕਦੇ ਵੀ ਮਾਂ ਪਿਓ ਦੀਆਂ ਅੱਖਾਂ 'ਚ ਹੰਝੂ ਨਹੀਂ ਆਉਣ ਦਿੰਦਾ। ਧੀਆਂ ਪੁੱਤਰਾਂ ਕਰਕੇ ਕਈ ਵਾਰ ਮਾਂ ਬਾਪ ਨੂੰ ਰੋਣਾ ਪੈਂਦਾ ਹੈ। ਜਦੋਂ ਮਾਂ ਦੇ ਪੁੱਤ ਨਹੀਂ ਨਾ ਹੁੰਦਾ, ਉਦੋਂ ਮਾਂ ਰੋਂਦੀ ਫਿਰਦੀ ਹੈ ਵੀ ਕਿਤੋਂ ਨਾ ਕਿਤੋਂ ਖੈਰ ਝੋਲੀ 'ਚ ਪੈ ਜਾਏ, ਕਿਤੋਂ ਨਾ ਕਿਤੋਂ ਪੁੱਤ ਦੀ ਦਾਤ ਮਿਲ ਜਾਏ। ਪਰ ਜਦੋਂ ਵਾਹਿਗੁਰੂ ਕਿਰਪਾ ਕਰਦਾ, ਪੁੱਤ ਦੀ ਦਾਤ ਮਿਲ ਜਾਂਦੀ ਹੈ, ਫਿਰ ਪੁੱਤ ਵੱਡਾ ਹੋ ਕੇ ਮਾਂ ਨੂੰ ਮਾਂ ਨਹੀਂ ਸਮਝਦਾ, ਬਾਪ ਨੂੰ ਬਾਪ ਨਹੀਂ ਸਮਝਦਾ, ਨਸ਼ਿਆਂ 'ਚ ਪੈ ਜਾਂਦੇ, ਕਈ ਵਾਰ ਮਾੜੀ ਸੰਗਤ ਵਿੱਚ ਪੈ ਜਾਂਦੇ, ਅੱਧੀ ਅੱਧੀ ਰਾਤ ਤੱਕ ਘਰੇ ਨਹੀਂ ਵੜਦੇ, ਤੇ ਫਿਰ ਵਿਆਹਿਆ ਨਹੀਂ ਜਾਂਦਾ, ਫਿਰ ਵੀ ਮਾਂ ਰੋਂਦੀ ਹੈ। ਹੋਇਆ ਨਹੀਂ ਸੀ ਉਦੋਂ ਵੀ ਰੋਂਦੀ, ਹੁਣ ਹੋ ਗਿਆ, ਆਖੇ ਨਹੀਂ ਲੱਗਦਾ, ਮਾਂ ਅੱਜ ਵੀ ਰੋਂਦੀ ਹੈ। ਨਸ਼ੇ ਕਰਨ ਲੱਗ ਗਿਆ, ਅੱਜ ਵੀ ਰੋਂਦੀ ਹੈ, ਵਿਆਹਿਆ ਨਹੀਂ ਜਾਂਦਾ, ਫਿਰ ਰੋਂਦੀ ਹੈ। ਮਾਂ ਦੀਆਂ ਤਾਂ ਵਿਚਾਰੀ ਦੀਆਂ ਅੱਖਾਂ ਕਦੇ ਸੁੱਕੀਆਂ ਹੀ ਨਹੀਂ, ਗਿੱਲੀਆਂ ਹੀ ਰਹੀਆਂ। ਪੁੱਤ ਨੂੰ ਚਾਹੀਦਾ ਹੈ ਕਿ ਮੇਰੇ ਕਰਕੇ ਮੇਰੀ ਮਾਂ ਦੀ ਤੇ ਮੇਰੇ ਬਾਪ ਦੀ ਅੱਖ ਗਿੱਲੀ ਨਾ ਹੋ ਜਾਏ, ਮੇਰੀ ਕਰਕੇ ਮੇਰੇ ਮਾਂ ਬਾਪ ਦੇ ਅੱਖਾਂ 'ਚ ਹੰਝੂ ਨਾ ਆ ਜਾਣਾ। ਕਈ ਵਾਰ ਕੀ ਹੁੰਦਾ ਹੈ, ਪੁੱਤਾਂ ਦੇ ਨਾਲੋਂ ਜਵਾਈ ਵੱਧ ਸੇਵਾ ਕਰ ਜਾਂਦੇ ਹੁੰਦੇ ਆ, ਉਹ ਵੀ ਇੱਕ ਪੁੱਤ ਹੁੰਦਾ ਹੈ। ਕਈ ਵਾਰ ਪੁੱਤਾਂ ਨਾਲੋਂ ਜਵਾਈ ਵੱਧ ਸੇਵਾ ਕਰ ਜਾਂਦੇ, ਉਹ ਹੀ ਆਪਣੇ ਸਹੁਰੇ ਨੂੰ ਸਹੁਰਾ ਨਹੀਂ ਮੰਨਦੇ, ਆਪਣੇ ਸਹੁਰੇ ਨੂੰ ਬਾਪੂ ਕਰਕੇ ਮੰਨਦੇ ਨੇ, ਆਪਣੇ ਸਹੁਰੇ ਨੂੰ ਬਾਪ ਕਰਕੇ ਮੰਨਦੇ ਨੇ ਕਿ ਮੇਰਾ ਤਾਂ ਪਿਓ ਹੀ ਹੈ, ਆਗਿਆਕਾਰੀ। ਹਰ ਰਾਏ ਬਾਪੂ ਨਾਲ ਕਰ ਲਈਏ। ਮੈਂ ਕਹਿੰਦਾ ਹੁੰਦਾ, ਜਦੋਂ ਘਰ ਵਿੱਚ ਸਬਜ਼ੀ ਬਣਾਉਣੀ ਆ, ਪ੍ਰਸ਼ਾਦਾ ਬਣਾਉਣਾ ਨਾ, ਤੇ ਬਜ਼ੁਰਗਾਂ ਨੂੰ ਇੱਕ ਵਾਰੀ ਪੁੱਛ ਲਿਆ ਕਰੋ
कि बापू अज सब्जी किहड़ी बनाईए, बापू का मन खुश हो जाता है पुछण नाल ही, बापू अज की बनाई, अज की खाना है, बापू का मन खुश हो जाता। पर माफ़ करियो जे कई वार ये हुंदा है कि असीं जिउंदे जी बापू नूं पानी का गिलास तक नहीं फड़ाउंदे। जिद्दे बापू फिर चढ़ाई कर जांदा ना, उदे फिर बापू के नाँ ते मटर पनीर, बापू के नाँ ते जलेबियाँ, भी अज लोग कहणगे भी बड़ा चंगा काम करिया ने। अज तेरियां जलेबियां बापू दे काम नहीं आउणियां, अज तेरा मटर पनीर बापू दे काम नहीं आउणा। किते जिउंदे जी बापू की सेवा करदा, ये सब्जी मटर पनीर दी किते बापू नूं उदों खवाउंदा। सियाल दे दिन लंघ गए, बापू रजाई मंगदा रहा, उहनूं चंगी रजाई ना दित्ती। एक पासियों पार्टी कहंदे लत्तां विच दी लंघ जिया करन, ते जिद्दे बापू चढ़ाई कर जे शमशान घाट विच लेके गए, महंगियां महंगियां लोइयां ते कंबल उत्ते पए। अज की काम आ बई, जिउंदे बापू की सेवा करिए। इस परिवार दे नाल मेरा 2-4 दिनां च चंगा प्रेम बन गया सी। मैं बहुता समा तां इन्हां दे घरे पाठ नहीं करिया, थोड़ा ही समा गया, पर परिवार दीयां गल्लां तो पता लगदा इन्हां दा बापू नाल किन्ना प्यार सी, बापू नाल किन्ना स्नेह सी, प्यार किन्ना सी, पता लगदा सी। इस करके कोई विरले ही गुरमुख परिवार हुंदे ने जिहड़े बजुर्गां दी सेवा करदे ने, जिहड़े बजुर्गां दे आग्याकारी हुंदे ने, जिहड़े बजुर्गां नूं समय सिर प्रशादा पानी दिंदे ने। इस करके रोज़ असी बाणी नूं पढ़ीए, रोज़ नाम जपीए, सोहना जीवन बना लीए। गुरबाणी तो सेध लैके बजुर्ग सानूं सामभणे आ जाण। जिस घर दे विच बजुर्ग बैठे आ, जिस घर दे विच माँ बैठी है, जिस घर दे विच प्यो बैठा है, ये कह लो कि उस घर दे विच रब बैठा, उन्हां नूं किसी होर रब दी लोड़ नहीं है। जिउंदे जी बापू की कदर का पता नहीं लगता। माफ़ करियो जिद्दे बापू अखां मीच जांदा ना, उदों बापू दीयां गल्लां चेते आउंदियां। जिहड़ियां सियाणियां गल्लां बापू दसदा हुंदा सी, उहदे जाण तो बाद चेते आउंदियां। जिउंदे जी बापू गल कहिंदा ते चंगी नहीं लगदी, मगरों चेते आउंदियां भी बापू कहिंदा हुंदा सी। इस करके जिन्हां दे घर बजुर्ग हैगे आ, सांभ के रखियो जी, उन्हां दे घर रब है, सेवा करियो जी बजुर्गां दी। इस करके जिन्नी भी संगत ने एकाग्रता बना करके सरवण किया गुरमत विचारां नूं, सबना दा धन्नवाद। जिन्ना परिवार ने टाइम दिता सी, समय की समाप्ति है। मैं फिर अखीर विच ये बेनती करां कि बजुर्गों की सेवा करियो जे, बाणी नूं आप पढ़ियो जे, नाम जपियो जे, गुरु वाले जरूर बनियो जे, गुरमत दे धारनी होइए। सानू गुरु दे कोल आके जिंदगी जिउण दा मैथड, जिंदगी जिउण दा ढंग पता लग जाता है। महाराज ने आख्या गुर मिल चज आचार सिख, तुद कदे ना लगे दुख। जिंदगी च भाई कदे भी दुखी नहीं होवोगे जे गुरु नूं मिल के जिंदगी जिउण दा चज सिख लईए। तां ये जरूर ये बचन गुरु साहिब जी का पल्ले बन के लेके जाओ कि जिंदगी अपने तरीके नाल नहीं जिउणी, जिंदगी गुरु जी के दसे हुए तरीके के अनुसार जिउणी है। तां फिर लोक सुखिए परलोक सुहेले, नानक हर प्रभ आप है मेले हुंदे ने। गुरमत विचारां की सांझ पाउंदियां संगत जी दास तो एक नहीं, अनेकां ही भुलां होईयां होणीआं। गुरु और गुरु जी की संगत बख्शण योग है। जिन्हां ने एकाग्रता बना के श्रवण किया, सबना का धन्नवाद। हुण आपां सारिआं ने रल मिल के 6 पौड़ियां आनंद साहिब दीआं पढ़निआं। उस तो बाद जिहड़े कारज वास्ते आपां आए हैं कि बापू भोला सिंह जी जो साडे कोलों सदा लई विछड़ चुके ने, अज असीं उन्हां दी याद विच इत्थे बैठे हाँ। परिवार दे नाल दुख साझा करन वास्ते इत्थे बैठे हाँ, क्योंकि जीव जदों परिवार दा चलिया जांदा ना, परिवार नूं बहुत वड्डा एक घाटा पै जांदा है, बड़ा वड्डा दुख हुंदा है। क्योंकि बापू नूं घरे बा के जिथे मर्जी असीं घुम फिर आईए,
ਜਦੋਂ ਬਾਪੂ ਚਲਿਆ ਜਾਂਦਾ ਤੇ ਔਖਾ ਹੋ ਜਾਂਦਾ ਹੈ ਜੀ। ਘਰ ਸੁੰਨਾ ਸੁੰਨਾ ਲੱਗਦਾ ਹੈ, ਪਰਿਵਾਰ ਨੂੰ ਦੁੱਖ ਹੈ ਤੇ ਅਸੀਂ ਸਾਰੇ ਪਰਿਵਾਰ ਦਾ ਦੁੱਖ ਵੰਡਾਉਣ ਵਾਸਤੇ, ਪਰਿਵਾਰ ਦਾ ਦੁੱਖ ਘਟਾਉਣ ਵਾਸਤੇ ਆਏ ਹਾਂ। ਤੇ ਅਸੀਂ ਸਾਰਿਆਂ ਨੇ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ। ਮੈਂ ਇਕੱਲੇ ਨੇ ਅਰਦਾਸ ਨਹੀਂ ਕਰਨੀ, ਸਾਰਿਆਂ ਨੇ ਕਰਨੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ ਜੇ ਸਾਡੇ ਬਾਪੂ ਭੋਲਾ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ ਲਿਓ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ ਜੀ। ਇਹ ਅਰਦਾਸ ਸਾਰਿਆਂ ਨੇ ਕਰਨੀ ਆ। ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ।